हेलो, गुड मॉर्निंग, गुड इवनिंग, आदाब, सत श्री अकाल, नमस्ते, जय श्री राम। ठीक है जी। बाला जी एजुकेशन पॉइंट ਦੇ ऑफिशियल यूट्यूब ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਐਜ਼ ਯੂ ਨੋ ਕਿ ਆਪਣੀ ਇੱਕ ਸੀਰੀਜ਼ ਚੱਲ ਰਹੀ ਹੈ ਕਿਸ ਚੀਜ਼ ਦੇ ਲਈ? ਪੀਐਸ ਟੈਟ ਦੀ ਹਿਸਟਰੀ। ਬਿਲਕੁਲ ਜੀ, ਜੋ ਮੈਂ ਕਰਵਾ ਰਿਹਾ ਤੁਹਾਨੂੰ ਪਿਛਲੀਆਂ 7-8 ਵੀਡੀਓ ਹੋ ਚੁੱਕੀਆਂ, ਤੁਸੀਂ ਦੇਖੀਆਂ ਹੋਣਗੀਆਂ। ਠੀਕ ਹੈ, ਬਹੁਤ ਵਧੀਆ ਤੁਸੀਂ ਉਹਨੂੰ ਸਪੋਰਟ ਕੀਤੀ ਹੈ, ਸ਼ੇਅਰ ਕੀਤੀ ਹੈ ਤੇ ਇਦਾਂ ਹੀ ਕਰਦੇ ਰਹੋ। ਸ਼ੁਰੂ ਤੋਂ ਲੈ ਕੇ ਆਪਾਂ ਕਿੱਥੇ ਤੱਕ ਪਹੁੰਚ ਗਏ? ਮੁਹੰਮਦ ਬਿਨ ਤੁਗਲਕ ਤੱਕ। ਠੀਕ ਹੈ ਜੀ, ਆਪਾਂ ਮੈਡੀਵਲ ਹਿਸਟਰੀ ਸ਼ੁਰੂ ਕੀਤੀ ਹੋਈ ਆ, ਵਨ ਲਾਈਨਰ ਦੀ ਫਾਰਮ 'ਚ ਮੈਂ ਤੁਹਾਨੂੰ ਕਰਵਾ ਰਿਹਾ। ਉਹਦੇ ਬਾਰੇ ਜੋ ਇੰਪੋਰਟੈਂਟ ਫੈਕਟ ਨੇ ਉਹ ਵੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਰਿਹਾ। ਠੀਕ ਹੈ ਜੀ। ਸੋ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਕੀ ਸ਼ੁਰੂ ਕਰੀ ਸੀ ਜੀ? ਤੁਗਲਕ ਡਾਇਨੈਸਟੀ। ਤੁਹਾਨੂੰ ਜੇ ਮੈਂ ਥੋੜਾ ਜਿਹਾ ਦੱਸਦਾ, ਆਪਾਂ ਨੇ ਕੀ ਸ਼ੁਰੂ ਕਰਿਆ ਸੀ? ਤੁਗਲਕ ਡਾਇਨੈਸਟੀ। ਠੀਕ ਹੈ ਜੀ। ਇਸ ਤੋਂ ਜਿਹੜੀ ਤੁਗਲਕ ਡਾਇਨੈਸਟੀ ਹੈ ਇਹ ਕਦੋਂ ਸਟਾਰਟ ਹੁੰਦੀ ਹੈ ਆਪਣੇ ਕੋਲੇ? 1320 ਦੇ ਵਿੱਚ। ਇਹਨੂੰ ਕੌਣ ਸਟਾਰਟ ਕਰਦਾ ਹੈ? ਤਾਂ ਇਹਨੂੰ ਆਪਣੇ ਕੋਲੇ ਸਟਾਰਟ ਕਰਦਾ ਹੈ ਗਿਆਸ ਉਦੀਨ ਤੁਗਲਕ। ਗਿਆਸ ਉਦੀਨ ਤੁਗਲਕ ਸਟਾਰਟ ਕਰਦਾ ਹੈ। ਠੀਕ ਹੈ ਜੀ। ਇਹਨੂੰ ਕੌਣ ਸਟਾਰਟ ਕਰਦਾ? ਗਿਆਸ ਉਦੀਨ ਤੁਗਲਕ ਸਟਾਰਟ ਕਰਦਾ ਹੈ। ਤੇ ਇਹ ਤੋਂ ਬਾਅਦ 1325 ਦੇ ਵਿੱਚ ਕੌਣ ਆਉਂਦਾ ਹੈ? 1325 ਦੇ ਵਿੱਚ ਗੱਦੀ ਤੇ ਬੈਠ ਜਾਂਦਾ ਮੁਹੰਮਦ ਬਿਨ ਤੁਗਲਕ। ਕੌਣ ਜੀ? ਮੁਹੰਮਦ ਬਿਨ ਤੁਗਲਕ। 1325 ਦੇ ਵਿੱਚ ਕੌਣ ਬੈਠ ਜਾਂਦਾ? ਮੁਹੰਮਦ ਬਿਨ ਤੁਗਲਕ। ਅੱਗੇ ਜਾ ਕੇ 1351 ਆਊਗਾ ਜਿਹਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਬੈਠੂਗਾ। ਠੀਕ ਹੈ, ਉਹ ਆਪਾਂ ਹਜੇ ਕੀ ਕਰਾਂਗੇ। ਤੇ ਲਾਸਟ ਆਪਣੇ ਕੋਲੇ ਇਹ ਜੋ ਸਲਤਨਤ ਆ ਆਪਣੇ ਕੋਲੇ ਡਾਇਨੈਸਟੀ ਹੈ ਇਹ 1414 ਦੇ ਵਿੱਚ ਖਤਮ ਹੋ ਜਾਂਦੀ ਹੈ। ਤਾਂ ਤੁਗਲਕ ਡਾਇਨੈਸਟੀ 1320 ਤੋਂ ਲੈ ਕੇ 1414 ਤੱਕ ਜਾਂਦੀ ਹੈ। ਲਗਭਗ 94 ਸਾਲ। ਕੱਲ ਮੈਂ ਤੁਹਾਨੂੰ ਕਰਵਾਇਆ ਸੀ ਕਿੰਨੇ ਸਾਲ? ਲਗਭਗ 94 ਸਾਲ ਰਾਜ ਕਰਦੀ ਹੈ। ਤੇ ਸਭ ਤੋਂ ਲੰਬੀ ਰਾਜ ਕਰਨ ਵਾਲੀ ਡਾਇਨੈਸਟੀ ਕਿਹੜੀ ਹੈ ਆਪਣੇ ਕੋਲੇ? ਇਹੀ ਹੈ ਜੋ ਸਭ ਤੋਂ ਲੰਬੇ ਸਮੇਂ ਤੱਕ ਜਿਹਨੇ ਕੀ ਕੀਤਾ? ਰਾਜ ਕੀਤਾ। ਕਿਉਂਕਿ ਸੜਕਾਂ ਤੇ ਇਉਂ ਤੁਰਦੇ ਜਿਵੇਂ ਤੁਹਾਨੂੰ ਪਤਾ ਹੀ ਹੈ। ਠੀਕ ਹੈ, ਚਲੋ ਇਹ ਤੋਂ ਪਹਿਲਾਂ ਜੋ ਆਪਾਂ ਕਰ ਚੁੱਕੇ ਸਲੇਵ ਡਾਇਨੈਸਟੀ ਤੋਂ, ਆਪਾਂ ਪਹਿਲਾਂ ਵਾਲੀ ਡਾਇਨੈਸਟੀ ਕਿਹੜੀ ਕਰ ਚੁੱਕੇ? ਸੌਰੀ, ਤੁਗਲਕ ਤੋਂ ਸਲੇਵ ਡਾਇਨੈਸਟੀ। ਇਹ ਤੋਂ ਪਹਿਲਾਂ ਆਪਾਂ ਜੋ ਕਰ ਚੁੱਕੇ ਉਹ ਕੀ ਕਰ ਚੁੱਕੇ? ਸਲੇਵ ਡਾਇਨੈਸਟੀ, ਜਿਹੜੀ 1206 ਤੋਂ ਲੈ ਕੇ 1290 ਤੱਕ ਸੀ। ਉਹ ਤੋਂ ਬਾਅਦ ਆਪਾਂ ਕਰ ਚੁੱਕੇ ਖਿਲਜੀ ਡਾਇਨੈਸਟੀ। ਕਿਹੜੀ? ਖਿਲਜੀ ਡਾਇਨੈਸਟੀ, ਜਿਹੜੀ ਆਪਣੇ ਕੋਲੇ 1290 ਤੋਂ 1320 ਤੱਕ ਸੀਗੀ। ਠੀਕ ਹੈ, ਤੇ 1320 ਤੋਂ ਬਾਅਦ ਆਪਾਂ ਇਹ ਸਟਾਰਟ ਕਰ ਰੱਖੀ ਹੈ। ਤੇ ਮੈਂ ਤੁਹਾਨੂੰ ਕਰਵਾਇਆ ਸੀ ਕੱਲ ਮੁਹੰਮਦ ਬਿਨ ਤੁਗਲਕ, ਜਿੰਦਾ ਅਸਲ ਨਾਮ ਕੀ ਸੀ? ਇੱਥੇ ਲਿਖ ਲਓ। ਕੱਲ ਆਪਾਂ ਨੇ ਕਰਿਆ ਸੀ ਮੁਹੰਮਦ ਬਿਨ ਤੁਗਲਕ, ਜਿਹਦਾ ਰੀਅਲ ਨੇਮ ਕੀ ਸੀਗਾ? ਜਿਹਦਾ ਅਸਲ ਨਾਮ ਕੀ ਸੀਗਾ ਰਜੇ? ਜੌਨਾ ਖਾਨ। ਜਿਹਦਾ ਅਸਲ ਨਾਮ ਕੀ ਸੀਗਾ? ਜੌਨਾ ਖਾਨ। ਤੇ ਜਿਹਨੂੰ ਕਾਦੀ ਉਪਾਧੀ ਮਿਲੀ ਹੋਈ ਸੀ? ਉਲੁਗ ਖਾਨ। ਤੇ ਜਿਹਨੂੰ ਹੋਰ ਕੀ ਕਿਹਾ ਜਾਂਦਾ ਸੀਗਾ? ਖਾਨ ਹੈ ਇਹ। ਜਿਹਨੂੰ ਹੋਰ ਕੀ ਕਿਹਾ ਜਾਂਦਾ ਸੀਗਾ ਆਪਣੇ ਕੋਲੇ? ਐਰਿਸਟੋਟਲ ਆਫ ਹਿਜ਼ ਐਰਾ। ਮਤਲਬ ਆਪਣੇ ਟਾਈਮ ਦਾ ਐਰਿਸਟੋਟਲ ਅਤੇ ਪੜ੍ਹਿਆ ਲਿਖਿਆ ਮੂਰਖ। ਅਤੇ ਪੜ੍ਹਿਆ ਲਿਖਿਆ ਮੂਰਖ ਕਿਹਾ ਜਾਂਦਾ ਸੀ। ਇਹ ਸਾਰਾ ਕੁਝ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਦੇਖਿਆ। ਤੇ ਮੈਂ ਤੁਹਾਨੂੰ ਲਾਸਟ ਲੈਕਚਰ 'ਚ ਹਲਕੀ ਜਿਹੀ ਹਿੰਟ ਦੇ ਗਿਆ ਸੀਗਾ ਕਿ ਇਬਨ ਬਤੂਤਾ ਇੱਕ ਟਰੈਵਲਰ ਸੀਗਾ ਜੀ। ਇਬਨ ਬਤੂਤਾ ਇੱਕ ਟਰੈਵਲਰ ਸੀ ਜਿਹੜਾ ਕਿੱਥੋਂ ਆਇਆ ਸੀ ਰਜੇ? ਮੋਰੱਕੋ ਤੋਂ ਆਇਆ ਸੀ। ਜਿਹੜਾ ਕਿੱਥੋਂ ਆਇਆ ਸੀ? ਮੋਰੱਕੋ ਤੋਂ ਆਇਆ ਸੀ। ਇੱਥੇ ਕਰਵਾਵਾਂ ਮੈਂ? ਹਾਂ, ਇੱਥੇ ਹੋ ਜਾਊਗਾ। ਇੱਥੇ ਸਮਝਾਣਾ ਮੈਂ ਤੁਹਾਨੂੰ ਇਬਨ ਬਤੂਤਾ ਦੇ ਬਾਰੇ 'ਚ। ਠੀਕ ਹੈ ਜੀ। ਜੇ ਮੈਂ ਗੱਲ ਕਰਾਂ ਇਬਨ ਬਤੂਤਾ ਦੀ, ਇੱਥੇ ਬੜੇ ਪਿਆਰ ਨਾਲ ਸਮਝੋ। ਇਬਨ ਬਤੂਤਾ, ਇਬਨ ਬਤੂਤਾ ਬਾਰੇ ਬਹੁਤ ਸਾਰੇ ਕੁਐਸਚਨ ਆਉਂਦੇ ਨੇ ਤਾਂ ਇਹਨੂੰ ਯਾਦ ਰੱਖਣਾ ਹੈ। ਇਬਨ ਬਤੂਤਾ, ਠੀਕ ਹੈ ਜੀ। ਦਿਖ ਰਿਹਾ? ਬਿਲਕੁਲ ਦਿਖ ਰਿਹਾ ਇਬਨ ਬਤੂਤਾ। ਤਾਂ ਜੇ ਮੈਂ ਗੱਲ ਕਰਾਂ ਭਾਰਤ ਦੇ ਵਿੱਚ ਆਉਣ ਦੀ, ਤਾਂ ਇਹ ਕਿਹਦੇ ਦਰਬਾਰ ਦੇ ਵਿੱਚ ਆਇਆ? ਸਭ ਤੋਂ ਪਹਿਲਾਂ ਲਿਖੋ ਮੁਹੰਮਦ। ਇਹ ਦਰਬਾਰ 'ਚ ਆਇਆ ਸੀ ਮੁਹੰਮਦ ਬਿਨ ਤੁਗਲਕ ਦੇ ਦਰਬਾਰ ਦੇ ਵਿੱਚ ਆਇਆ ਸੀ। ਪਹਿਲੀ ਗੱਲ ਕਿ ਇਹ ਕਿਹਦੇ ਦਰਬਾਰ ਦੇ ਵਿੱਚ ਆਇਆ ਸੀ? ਮੁਹੰਮਦ ਬਿਨ ਤੁਗਲਕ ਦੀ। ਕਦੋਂ ਆਇਆ ਸੀ? ਤੁਹਾਨੂੰ ਜ਼ਿਆਦਾਤਰ ਡੇਟਸ 1333 ਮਿਲਦੀਆਂ ਨੇ, ਪਰ ਕੋਈ ਕੋਈ ਕਿਤਾਬ 1334 ਵੀ ਕਹਿ ਦਿੰਦੀ ਹੈ। ਇਤਿਹਾਸਕ ਕਿਤਾਬਾਂ ਨੇ ਇੱਕ ਅੱਧਾ ਸਾਲ ਇੱਧਰ ਉੱਧਰ ਹੋ ਜਾਂਦਾ
है, पर जो मेन ज़्यादा जरूरी है वो 1333 ही मिलूगा ਤੁਹਾਨੂੰ ज़्यादातर किताबों ਦੇ ਵਿੱਚ। ਆਪਾਂ 1333 ਟਿਕ ਲਗਾਉਣਾ ਹੈ। ਜੇ ਦੋਨੇ ਆ ਗਏ ਨਹੀਂ ਆਇਆ ਤਾਂ 1334। ਕਿਹੜੇ ਦੇਸ਼ ਤੋਂ ਆਇਆ ਸੀ? ਤਾਂ ਇਹ ਮੋਰੱਕੋ ਤੋਂ ਆਇਆ ਸੀਗਾ ਜੀ। ਕਿਹੜੇ ਦੇਸ਼ ਤੋਂ ਆਇਆ ਸੀ? ਮੋਰੱਕੋ ਤੋਂ ਆਇਆ ਸੀ ਤੇ ਐਜ਼ ਅ ਟਰੈਵਲਰ ਆਇਆ ਸੀਗਾ। ਟਰੈਵਲਰ ਕੀ ਹੁੰਦੇ ਨੇ? ਟਰੈਵਲਰ ਦਾ ਮਤਲਬ ਹੁੰਦਾ ਜਿਵੇਂ ਅੱਜ ਕੱਲ੍ਹ ਤੁਸੀਂ ਬਲੌਗਰ ਦੇਖਦੇ ਹੋ ਨਾ, ਜਿੱਥੇ ਕਿੱਥੇ ਜਾ ਕੇ ਕੈਮਰਾ ਔਨ ਕਰ ਲੈਂਦੇ ਨੇ, ਉਵੇਂ ਹੀ ਪਹਿਲਾਂ ਦੇ ਆਹ ਜਿਹੜੇ ਟਰੈਵਲਰ ਹੁੰਦੇ ਸੀ ਜਿੱਥੇ ਕਿੱਥੇ ਜਾ ਕੇ ਆਪਣੀ ਕਿਤਾਬ ਖੋਲ੍ਹ ਲੈਂਦੇ ਸੀਗੇ ਤੇ ਉਹਦੇ ਵਿੱਚ ਲਿਖਦੇ ਸੀ ਵੀ ਜਿਹੜੇ ਜਿਹੜੇ ਰਾਜ ਦੇ ਵਿੱਚ ਜਾਵਾਂਗੇ ਉਹਦੇ ਬਾਰੇ ਲਿਖਾਂਗੇ। ਸੋ ਇਹਨੇ ਵੀ ਆਪਣੀ ਕਿਤਾਬ ਦੇ ਵਿੱਚ ਬਹੁਤ ਕੁਝ ਲਿਖਿਆ। ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਪੰਜਾਬ ਨੂੰ ਪੰਜਾਬ ਸ਼ਬਦ ਕਿਸ ਨੇ ਕਿਹਾ? ਇੰਪੋਰਟੈਂਟ। ਪੰਜਾਬ ਨੂੰ ਪੰਜਾਬ ਦਾ ਨਾਮ ਕਿਸ ਨੇ ਦਿੱਤਾ? ਤਾਂ ਉਹ ਵੀ ਕਿਹਨੇ ਦਿੱਤਾ ਸੀ? ਇਬਨ ਬਤੂਤਾ ਨੇ। ਪਹਿਲੀ ਵਾਰੀ ਪੰਜਾਬ ਨੂੰ ਪੰਜਾਬ ਕਿਸ ਨੇ ਆਪਣੀ ਕਿਤਾਬ ਦੇ ਵਿੱਚ ਕਿਹਾ? ਤਾਂ ਇਬਨ ਬਤੂਤਾ ਨੇ ਕਿਹਾ। ਕਿਹੜੀ ਕਿਤਾਬ ਦੇ ਵਿੱਚ? ਅਗਲਾ ਇੰਪੋਰਟੈਂਟ ਕੁਐਸਚਨ ਕਿ ਇਹਦੀ ਬੁੱਕ ਕਿਹੜੀ ਸੀਗੀ ਜਿਹੜੀ ਇਹਨੇ ਬੁੱਕ ਲਿਖੀ ਸੀ? ਬੁੱਕ ਦਾ ਨਾਮ ਕੀ ਸੀ? ਇਹਦੀ ਬੁੱਕ ਦਾ ਨਾਮ ਕੀ ਸੀ? ਇਹਦੀ ਬੁੱਕ ਦਾ ਨਾਮ ਸੀ ਰਹੀਲਾ। ਇਹ ਕੀ ਸੀਗਾ? ਇੱਕ ਸਫ਼ਰਨਾਮਾ। ਸਫ਼ਰਨਾਮਾ ਦਾ ਮਤਲਬ ਹੁੰਦਾ ਜਦੋਂ ਤੁਸੀਂ ਆਪਣੇ ਸਫ਼ਰਨਾਮੇ ਬਾਰੇ ਲਿਖਦੇ ਹੋ, ਸਫ਼ਰ ਦੇ ਬਾਰੇ ਲਿਖਦੇ ਹੋ, ਉਹਨੂੰ ਆਪਾਂ ਕੀ ਕਹਿੰਦੇ ਆ? ਸਫ਼ਰਨਾਮਾ। ਠੀਕ ਹੈ। ਸਫ਼ਰਨਾਮਾ ਮਤਲਬ ਤੁਸੀਂ ਜਿਵੇਂ ਮੇਰਾ ਰੂਸੀ ਸਫ਼ਰਨਾਮਾ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਇਹ ਸਾਰੇ ਕੀ ਨੇ? ਅੱਖੀ ਦੇਖਿਆ ਅਮਰੀਕਾ, ਤਾਂ ਘਨੇੜੇ ਚੜ੍ਹ ਦੇਖਿਆ ਅਮਰੀਕਾ, ਸਮਥਿੰਗ ਕਰਕੇ। ਤਾਂ ਰਹੀਲਾ ਇਹਦੀ ਕਿਤਾਬ ਦਾ ਨਾਮ ਸੀ, ਰਹੀਲਾ। ਤੇ ਇਹ ਇੱਕ ਟਾਈਪ ਕੀ ਸੀ? ਸਫ਼ਰਨਾਮੇ ਦੀ ਟਾਈਪ ਸੀ। ਹੁਣ ਸਫ਼ਰਨਾਮੇ ਦਾ ਮਤਲਬ ਕੀ ਹੋਇਆ ਰਾਜੇ? ਜਿਵੇਂ ਨਾਵਲ ਇੱਕ ਟਾਈਪ ਹੈ, ਜੀਵਨੀ ਇੱਕ ਟਾਈਪ ਹੈ, ਠੀਕ ਹੈ, ਕਹਾਣੀ ਲੇਖ ਟਾਈਪਸ ਨੇ, ਐਵੇਂ ਹੀ ਸਫ਼ਰਨਾਮੇ ਇੱਕ ਟਾਈਪਸ ਨੇ। ਤੇ ਇਹਦੀ ਬੁੱਕ ਦਾ ਨਾਮ ਸੀ ਰਹੀਲਾ, ਜਿਹਦੇ ਵਿੱਚ ਇਹਨੇ ਪਹਿਲੀ ਵਾਰੀ ਪੰਜਾਬ ਨੂੰ ਪੰਜਾਬ ਕਿਹਾ। ਤੇ ਇਸੇ ਬੁੱਕ ਦੇ ਵਿੱਚ ਉਹਨੇ ਪੰਜਾਬ ਦੇ ਕਿਹੜੇ ਸ਼ਹਿਰ ਦਾ ਜ਼ਿਕਰ ਕੀਤਾ? ਤਾਂ ਅਬੋਹਰ ਦਾ ਜ਼ਿਕਰ ਕੀਤਾ। ਉਹਨੇ ਕਿਹੜੇ ਸ਼ਹਿਰ ਦਾ ਜ਼ਿਕਰ ਕੀਤਾ? ਅਬੋਹਰ ਦਾ ਜ਼ਿਕਰ ਕੀਤਾ ਹੈ। ਠੀਕ ਹੈ ਜੀ। ਆਪਾਂ ਪੰਜਾਬ ਦੇ ਕਿਹੜੇ ਸ਼ਹਿਰ ਦਾ ਜ਼ਿਕਰ ਇਬਨ ਬਤੂਤਾ ਦੀ ਕਿਤਾਬ 'ਚ ਮਿਲਦਾ ਹੈ? ਤਾਂ ਅਬੋਹਰ ਦਾ ਜ਼ਿਕਰ ਮਿਲਦਾ ਹੈ। ਤੇ ਅਬੋਹਰ ਬਾਰੇ ਇੱਕ ਫੈਕਟ ਹੋਰ ਲਿਖ ਲਓ ਕਿ ਇਹਨੂੰ ਕੈਲੀਫੋਰਨੀਆ ਆਫ ਪੰਜਾਬ ਕਹਿੰਦੇ ਨੇ। ਇਹਨੂੰ ਕੈਲੀਫੋਰਨੀਆ ਆਫ ਪੰਜਾਬ ਕਿਹਾ ਜਾਂਦਾ ਹੈ। ਕਿਉਂ? ਸਿਟਰਸ ਫੂਡ ਕਰਕੇ। ਸਿਟਰਸ ਦਾ ਮਤਲਬ ਹੁੰਦਾ ਖੱਟੇ, ਖੱਟੇ ਫਰੂਟ ਕਰਕੇ, ਖੱਟੇ ਫਲਾਂ ਕਰਕੇ, ਕਿਉਂਕਿ ਇੱਥੇ ਖੱਟੇ ਫਲ ਬਹੁਤ ਜ਼ਿਆਦਾ ਉਗਾਏ ਜਾਂਦੇ ਨੇ ਅਬੋਹਰ ਵਾਲੇ ਪਾਸੇ, ਜਿਹਦੇ ਕਰਕੇ ਇਹਨੂੰ ਕੀ ਕਹਿੰਦਾ? ਕੈਲੀਫੋਰਨੀਆ ਆਫ ਪੰਜਾਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਹੁਣ ਇੱਥੇ ਇੱਕ ਗੱਲ ਹੋਰ ਬੜੇ ਪਿਆਰ ਨਾਲ ਸਮਝੋ ਰਾਜੇ ਕਿ ਇਬਨ ਬਤੂਤਾ ਜਦੋਂ ਭਾਰਤ ਆਇਆ ਤਾਂ ਕਿਹਦੇ ਟਾਈਮ 'ਚ ਆਇਆ ਸੀ? ਮੁਹੰਮਦ ਬਿਨ ਤੁਗਲਕ ਦੇ ਟਾਈਮ 'ਚ ਆਇਆ ਸੀ। ਤੇ ਮੁਹੰਮਦ ਬਿਨ ਤੁਗਲਕ ਨੇ ਇਹਨੂੰ ਇੱਕ ਕੀ ਦਿੱਤੀ ਸੀਗੀ? ਉਹ ਦਿੱਤਾ ਸੀਗਾ ਇੱਕ ਪੋਸਟ ਦਿੱਤੀ ਸੀ, ਇੱਕ ਮਤਲਬ ਅਹੁਦਾ ਦਿੱਤਾ ਸੀ ਜਿਹਨੂੰ ਆਪਾਂ ਕੀ ਕਹਿੰਦੇ? ਰਿਲੀਜੀਅਸ ਕਾਜ਼ੀ। ਰਿਲੀਜੀਅਸ ਕਾਜ਼ੀ। ਕਾਜ਼ੀ ਦਾ ਕੰਮ ਕੀ ਹੁੰਦਾ ਸੀਗਾ? ਸਾਰੇ ਧਾਰਮਿਕ ਕੰਮ ਕਰਨ ਦੀ ਪੋਸਟ ਕਿਹਨੂੰ ਦਿੱਤੀ ਸੀਗੀ? ਇਬਨ ਬਤੂਤਾ ਨੂੰ ਦਿੱਤੀ ਸੀ। ਤੇ ਇਬਨ ਬਤੂਤਾ ਨੇ ਆਪਣੀ ਕਿਤਾਬ 'ਚ ਲਿਖਿਆ ਵੀ ਇਹਦੇ ਜਿਹੜਾ ਇੱਟਾਂ ਹੁੰਦੀਆਂ ਸੀਗੀਆਂ, ਵੈਲ ਬ੍ਰਿਕਸ। ਵੈਲ ਬ੍ਰਿਕਸ ਦਾ ਮਤਲਬ ਜਿਹੜੀਆਂ ਖੂਹ ਦੀਆਂ ਇੱਟਾਂ ਹੁੰਦੀਆਂ ਸੀ ਉਹ ਵੀ ਸੋਨੇ ਦੀਆਂ ਹੁੰਦੀਆਂ ਸੀ। ਵੀ ਇੰਨਾ ਰੱਜਿਆ ਪੁੱਜਿਆ ਰਾਜ ਸੀਗਾ ਕਿਹਦਾ? ਮੁਹੰਮਦ ਬਿਨ ਤੁਗਲਕ ਦਾ। ਇਹ ਗੱਲ ਕਿਹਨੇ ਲਿਖੀ ਹੈ? ਮੈਂ ਨਹੀਂ ਕਹਿ ਰਿਹਾ, ਇਹ ਗੱਲ ਲਿਖੀ ਹੈ ਇਬਨ ਬਤੂਤਾ ਨੇ ਆਪਣੀ ਕਿਤਾਬ ਰਹੀਲਾ ਦੇ ਵਿੱਚ। ਤੇ ਅਖੀਰ 'ਚ ਕਹਿੰਦੇ ਨੇ, ਕਿਉਂਕਿ ਦੇਖੋ ਜਿਵੇਂ ਹੁਣ ਮੈਂ ਕਹਾਂ ਕਿ ਮੇਰਾ ਸ਼ੌਂਕ ਹੈ ਕਿਤਾਬਾਂ ਪੜ੍ਹਨ ਦਾ, ਵੀ ਜੇ ਤੁਸੀਂ ਮੈਨੂੰ ਕਿਤਾਬ ਨਹੀਂ ਪੜ੍ਹਨ ਦਿਓਗੇ, ਮੈਂ ਹਫਤਾ ਕਿਤਾਬ ਨਹੀਂ ਪੜ੍ਹੂੰਗਾ, ਮੈਨੂੰ ਅੱਚ ਵੀ ਲੱਗੀ ਰਹੂਗੀ ਮੈਂ ਕਿਤਾਬ ਕਿਉਂ ਨਹੀਂ ਪੜ੍ਹ ਰਿਹਾ। ਉਹੀ ਗੱਲ ਕਿਹਦੇ ਨਾਲ ਹੋਈ? ਇਬਨ ਬਤੂਤਾ ਦੇ ਨਾਲ। ਇਹਦਾ ਕੰਮ ਸੀ ਘੁੰਮਣ ਦਾ, ਜਗ੍ਹਾ ਜਗ੍ਹਾ ਘੁੰਮਣ ਦਾ, ਉਹਨਾਂ ਬਾਰੇ ਲਿਖਣ ਦਾ। ਪਰ ਇਹਨੂੰ ਕੀ ਬਣਾ ਲਿਆ? ਰਿਲੀਜੀਅਸ ਕਾਜ਼ੀ। ਚਲੋ ਉਹਨੇ ਤਾਂ ਆਪਣੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਬਣਾਇਆ ਵੀ ਇੱਕ ਧਾਰਮਿਕ ਕਾਜ਼ੀ ਬਣਾਤਾ ਹੀ, ਵਧੀਆ ਉਹਦੀ ਰਿਸਪੈਕਟ ਹੁੰਦੀ, ਪੈਸੇ ਮਿਲਦੇ। ਪਰ ਉਹਦਾ ਮਨ ਤਾਂ ਇਹੀ ਸੀ ਨਾ ਮੈਂ ਘੁੰਮਣਾ ਘੁੰਮਣਾ। ਤਾਂ ਕਹਿੰਦੇ ਨੇ ਰਾਤ ਦੇ ਹਨੇਰੇ ਦੇ ਵਿੱਚ ਭੱਜਿਆ ਸੀਗਾ ਇਬਨ ਬਤੂਤਾ, ਰਾਤ ਦੇ ਹਨੇਰੇ ਦੇ ਵਿੱਚ ਭੱਜਿਆ ਸੀਗਾ, ਉਹ ਤੋਂ ਬਚਾ ਕੇ ਵੀ ਆਪਾਂ ਇੱਥੋਂ ਨਿਕਲੀਏ। ਠੀਕ ਹੈ ਜੀ। ਤਾਂ ਜਦੋਂ ਘਰੇ ਗਿਆ ਕਹਿੰਦੇ ਕਈ ਸਾਲ ਬਾਅਦ ਉਹਦੇ ਜਵਾਕਾਂ ਨੇ ਵੀ ਪਛਾਣਿਆ ਨਹੀਂ ਹੈਗਾ ਉਹਨੂੰ, ਐਡੇ ਸਾਲਾਂ ਬਾਅਦ ਉਹ ਗਿਆ ਸੀਗਾ। ਤੇ ਬਾਅਦ ਚੋਂ ਆਪਣੀ ਕੋਈ ਤਸਵੀਰ ਜਾਂ ਆਪਣੇ ਕੋਲੇ ਕੋਈ ਛੱਲੇ ਮੁੰਦੀ ਕੋਈ ਨਿਸ਼ਾਨੀ ਦਿਖਾ ਕੇ ਉਹਨੇ ਦੱਸਿਆ ਵੀ ਮੈਂ ਉਹੀ ਹਾਂ। ਠੀਕ ਹੈ ਜੀ। ਚਲੋ ਅੱਗੇ ਆ ਜਾਓ। ਇੱਥੇ ਆਪਣੇ ਕੋਲੇ ਕੀ ਸੀਗਾ ਕੁਐਸਚਨ ਕਿ ਇਬਨ ਬਤੂਤਾ ਕਿਹਦੇ ਟਾਈਮ ਪੀਰੀਅਡ ਦੇ ਵਿੱਚ ਭਾਰਤ ਆਇਆ ਸੀ? ਤਾਂ ਆਪਣੇ ਕੋਲੇ ਮੁਹੰਮਦ ਬਿਨ ਤੁਗਲਕ ਦੇ ਟਾਈਮ ਪੀਰੀਅਡ ਦੇ ਵਿੱਚ, ਲਗਭਗ 1333 ਦੇ ਵਿੱਚ। ਠੀਕ ਹੈ ਜੀ। ਇਹ ਚੀਜ਼ ਤੁਹਾਨੇ ਯਾਦ ਰੱਖਣੀ ਹੈ। ਅੱਗੇ ਆ ਜਾਓ। ਚਲੋ ਠੀਕ ਹੈ ਜੀ। ਅਗਲਾ ਕੁਐਸਚਨ ਕੀ ਕਹਿ ਰਿਹਾ ਹੈ? ਦਿੱਲੀ ਸਲਤਨਤ ਵਾਜ਼ ਐਟ ਇਜ਼ ਜ਼ੈਨਿਥ। ਜ਼ੈਨਿਥ ਦਾ ਮਤਲਬ ਹੁੰਦਾ ਆਪਣੇ ਪੀਕ ਤੇ, ਆਪਣੇ ਸਭ ਤੋਂ ਵਧੀਆ ਮਾਹੌਲ ਦੇ ਵਿੱਚ ਕਦੋਂ ਸੀ? ਤਾਂ ਉਹ ਤੁਗਲਕਾਂ ਦੇ ਟਾਈਮ ਸੀਗੇ ਜੀ। ਸਭ ਤੋਂ ਪੀਕ ਤੇ ਕਦੋਂ ਸੀਗੀ? ਤੁਗਲਕਾਂ ਦੇ ਟਾਈਮ ਸੀ। ਇਹਦੇ ਵਿੱਚ ਤੁਗਲਕਾਂ ਦਾ ਟਾਈਮ ਸਭ ਤੋਂ ਪੀਕ ਦਾ ਮਤਲਬ ਹੁੰਦਾ ਹੈ ਵੀ ਸਭ ਤੋਂ ਵਧੀਆ ਲੈਵਲ ਤੇ, ਚਾਹੇ ਉਹਨਾਂ ਦਾ ਰਾਜ ਹੋਵੇ ਚਾਹੇ ਕੰਮਕਾਰ ਹੋਵੇ, ਸਭ ਤੋਂ ਵਧੀਆ ਕਿੱਥੋਂ ਸੀਗਾ? ਇੱਥੇ ਸੀਗਾ। ਪਰ ਜਦੋਂ ਆਪਣੇ ਕੋਲੇ ਮੁਹੰਮਦ ਬਿਨ ਤੁਗਲਕ ਆਇਆ ਸੀ, ਉਹਦੀ 5 ਪਾਲਿਸੀਆਂ ਫੇਲ ਹੋਈਆਂ, ਉਹ ਤੋਂ ਬਾਅਦ ਇਹ ਕਿਤੇ ਨਾ ਕਿਤੇ ਡਿੱਗਣ ਲੱਗੀ ਸੀ। ਪਰ ਫਿਰੋਜ਼ ਸ਼ਾਹ ਤੁਗਲਕ ਨੇ ਫਿਰ ਚੱਕਤੀ। ਬਸ ਤੁਗਲਕਾਂ ਵੇਲੇ ਲਾਸਟ ਇਹਦਾ ਜ਼ੈਨਿਥ ਸੀਗਾ। ਉਹ ਤੋਂ ਬਾਅਦ ਸੈਯਦ ਵੇਲੇ ਵੀ ਡਿੱਗਦੀ ਗਈ, ਉਹ ਤੋਂ ਬਾਅਦ
ਲੋਧੀਆਂ ਵੇਲੇ ਵੀ ਇਹ ਡਿੱਗਦੀ ਹੀ ਗਈ। ਤਾਂ ਸਭ ਤੋਂ ਜ਼ੈਨਿਥ ਦਾ ਮਤਲਬ ਸਭ ਤੋਂ ਟੌਪ ਤੇ, ਕਿਉਂਕਿ ਉਹਦੇ ਉੱਤੇ ਦੇਖ, ਉੱਤੇ ਕੌਣ, ਉੱਤੇ ਤੁਗਲਕ। ਤੇ ਇਸ ਤੁਗਲਕ ਦੇ ਮਤਲਬ ਇੱਥੇ ਤੱਕ ਲੈ ਕੇ ਆਉਣ ਲਈ ਸਭ ਤੋਂ ਜਿਹੜਾ ਮੇਜਰ ਰੋਲ ਰਿਹਾ ਤਾਂ ਉਹ ਸਭ ਤੋਂ ਪਹਿਲਾਂ ਇਲਤੁਤਮਿਸ਼ ਦਾ ਰਿਹਾ, ਜਿਹਨੇ ਬਹੁਤ ਕੁਝ ਕੀਤਾ, ਜਿਹਨੇ ਇੱਕ ਹਿਸਟਰੀ ਦੇ ਵਿੱਚ ਮੋਸਟ ਇੰਪੋਰਟੈਂਟ ਰੋਲ ਨਿਭਾਇਆ। ਦੂਜਾ ਬਲਬਨ ਦਾ ਰਿਹਾ, ਜਿਹਨੇ ਇਤਿਹਾਸ ਦੇ ਵਿੱਚ ਬਹੁਤ ਹੀ ਵੱਡਾ ਰੋਲ ਨਿਭਾਇਆ। ਤੀਜਾ ਆਪਣੇ ਕੋਲ ਕਿਹਦਾ ਰਿਹਾ? ਅਲਾਉਦੀਨ ਖਿਲਜੀ ਦਾ, ਅਲਾਉਦੀਨ ਖਿਲਜੀ ਦਾ, ਜਿਹਦਾ ਇਤਿਹਾਸ ਦੇ ਵਿੱਚ ਵੀ ਬਹੁਤ ਵਧੀਆ ਤੇ ਵੱਡਾ ਤੇ ਬਹੁਤ ਚੰਗਾ ਜਾਂ ਮਾੜਾ ਜੋ ਮਰਜ਼ੀ ਕਹਿ ਦਿਓ। ਤੇ ਉਹ ਤੋਂ ਬਾਅਦ ਆਪਣੇ ਕੋਲੇ ਮੁਹੰਮਦ ਬਿਨ ਤੁਗਲਕ। ਠੀਕ ਹੈ ਜੀ, ਉਹ ਤੋਂ ਬਾਅਦ ਅੱਗੇ ਆਊਗਾ, ਅੱਗੇ ਕਰਵਾਊਂਗਾ ਮੁਹੰਮਦ ਬਿਨ ਤੁਗਲਕ। ਠੀਕ ਹੈ ਜੀ, ਮੁਹੰਮਦ ਬਿਨ ਤੁਗਲਕ। ਉਹ ਤੋਂ ਬਾਅਦ ਆਪਣੇ ਕੋਲੇ ਫਿਰੋਜ਼ ਸ਼ਾਹ ਤੁਗਲਕ, ਫਿਰ ਸਿਕੰਦਰ ਲੋਧੀ। ਠੀਕ ਹੈ, ਤਾਂ ਇਹ ਇੰਪੋਰਟੈਂਟ ਕੁਝ ਰੂਲਰ ਨੇ ਜਿਹੜੇ ਪੂਰੀ ਦੀ ਪੂਰੀ ਦਿੱਲੀ ਸਲਤਨਤ 'ਚ ਆਪਾਂ ਨੇ ਪੜ੍ਹਨੇ ਹਨ। ਸੋ ਅਗਲਾ ਕੁਐਸਚਨ ਹੈ ਵੈਨ ਮੁਹੰਮਦ ਬਿਨ ਤੁਗਲਕ ਡਾਈ। ਦੇਖੋ ਇਹਦੇ ਟਾਈਮ ਪੀਰੀਅਡ ਦੇ ਵਿੱਚ, ਮੁਹੰਮਦ ਬਿਨ ਤੁਗਲਕ ਦੇ ਟਾਈਮ ਪੀਰੀਅਡ ਦੇ ਵਿੱਚ ਸਭ ਤੋਂ ਮੋਸਟ ਰਿਵੋਲਟ ਹੋਏ, ਸਭ ਤੋਂ ਜ਼ਿਆਦਾ ਰਿਵੋਲਟ ਹੋਏ, ਲਗਭਗ 34 ਰਿਵੋਲਟ ਹੋਏ। ਇਹ ਯਾਦ ਰੱਖਿਓ, ਰਿਵੋਲਟ ਦਾ ਮਤਲਬ ਕੀ ਹੁੰਦਾ? ਵਿਦਰੋਹ। ਕਿਉਂਕਿ ਇਹ ਕੀ ਬਣਾਉਣਾ ਚਾਹੁੰਦਾ ਸੀ? ਇੱਕ ਸੈਕੂਲਰ ਸਟੇਟ ਬਣਾਉਣਾ ਚਾਹੁੰਦਾ ਸੀਗਾ ਤੇ ਲੋਕ ਇਹਦੇ ਖਿਲਾਫ ਸੀਗੇ। ਉਹ ਚਾਹੁੰਦੇ ਸੀ ਵੀ ਮੁਸਲਿਮ ਸਟੇਟ ਹੀ ਰਹੇ। ਅਗਲੀ ਗੱਲ ਇਹ ਸੀਗੀ ਕਿ ਆਪਣੇ ਕੋਲ ਜਿਹੜਾ ਮੁਹੰਮਦ ਬਿਨ ਤੁਗਲਕ ਸੀਗਾ, ਇਹਦੇ ਫੈਸਲੇ ਬਹੁਤ ਜ਼ਿਆਦਾ ਲੋਕਾਂ ਉੱਤੇ ਬੈਕਫਾਇਰ ਕਰ ਗਏ। ਠੀਕ ਹੈ, ਇਤਿਹਾਸਕਾਰਾਂ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਲੋਕਾਂ ਨੂੰ ਸਮਝ ਨਹੀਂ ਆਈ ਵੀ ਇਹਦੇ ਫੈਸਲੇ ਤਾਂ ਵਧੀਆ ਸੀਗੇ, ਲੋਕਾਂ ਨੂੰ ਹੀ ਇਹਦੇ ਫੈਸਲੇ ਸਮਝ ਨਹੀਂ ਆਏ। ਪਰ ਚਲੋ ਖੈਰ, ਜੋ ਵੀ XYZ ਰੀਜ਼ਨ ਸੀਗਾ, ਤਾਂ ਇਹਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਰਿਵੋਲਟ ਲਗਭਗ 34 ਵਿਦਰੋਹ ਹੋਏ ਸੀ। ਕਿਹਦੇ ਟਾਈਮ 'ਚ? ਮੁਹੰਮਦ ਬਿਨ ਤੁਗਲਕ ਦੇ ਟਾਈਮ 'ਚ। ਤੇ ਇੱਕ ਲਾਸਟ ਵਿਦਰੋਹ ਹੋ ਰਿਹਾ ਸੀਗਾ, ਇੱਕ ਲਾਸਟ ਵਿਦਰੋਹ ਹੋ ਰਿਹਾ ਸੀ ਕਿਹਦੇ ਦੁਆਰਾ? ਠੱਗੀ ਨਾਮ ਦੇ ਬੰਦੇ ਦੁਆਰਾ। ਕਿਹਦੇ ਦੁਆਰਾ? ਇੱਕ ਠੱਗੀ ਨਾਮ ਦਾ ਬੰਦਾ ਸੀ ਜਿਹਦੇ ਦੁਆਰਾ ਵਿਦਰੋਹ ਹੋ ਰਿਹਾ ਸੀ 1351 ਦੇ ਵਿੱਚ। ਤੇ ਇਹ ਵਿਦਰੋਹ ਨੂੰ ਕੀ ਕਰਨ ਗਿਆ? ਦਬਾਉਣ ਗਿਆ। ਠੱਗੀ ਨਾਮ ਦੇ ਬੰਦੇ ਨੇ ਕੀ ਕਰਿਆ ਸੀ? ਵਿਦਰੋਹ ਕਰਿਆ ਸੀ। ਇਹ ਵਿਦਰੋਹ ਨੂੰ ਦਬਾਉਣ ਗਿਆ ਤੇ ਤੱਥਾ ਨਾਮ ਦੀ ਜਗ੍ਹਾ ਦੇ ਵਿੱਚ, ਕਿਹੜੀ ਜਗ੍ਹਾ? ਤੱਥਾ ਨਾਮ ਦੀ ਜਗ੍ਹਾ ਦੇ ਵਿੱਚ ਹੀ ਇਹ ਮਰ ਗਿਆ। ਤੱਥਾ ਨਾਮ ਦੀ ਜਗ੍ਹਾ ਦੇ ਵਿੱਚ ਹੀ ਇਹ ਮਰ ਗਿਆ, ਵੀ ਵਿਦਰੋਹ ਨੂੰ ਦਬਾ ਹੀ ਨਹੀਂ ਪਾਇਆ, ਜਿਹਦੇ ਕਰਕੇ 1351 ਦੇ ਵਿੱਚ, ਕਦੋਂ ਮਰਿਆ ਇਹ? 1351 ਦੇ ਵਿੱਚ ਇੱਕ ਵਿਦਰੋਹ ਨੂੰ ਦਬਾਉਣ ਜਾ ਰਿਹਾ ਸੀ, ਪਰ ਰਸਤੇ ਦੇ ਵਿੱਚ ਹੀ ਇਹਦੀ ਕੀ ਹੋ ਗਈ? ਮ੍ਰਿਤਿੂ ਹੋ ਗਈ, ਡੈਥ ਹੋ ਗਈ, ਇਹ ਮਰ ਗਿਆ। ਫਿਰੋਜ਼ ਸ਼ਾਹ ਤੁਗਲਕ ਵਾਸ ਦਾ ਸਕਸੈਸਰ ਆਫ ਵਿਚ ਸੁਲਤਾਨ। ਹੁਣ ਓਬਵੀਅਸ ਜੀ ਗੱਲ ਹੈ ਜੀ, ਮੈਂ ਤੁਹਾਨੂੰ ਲਾਸਟ ਲੈਕਚਰ 'ਚ ਕਰਵਾਇਆ, ਜੇ ਕਿਸੇ ਨੇ ਨਹੀਂ ਦੇਖਿਆ ਤਾਂ ਉਹਨੂੰ ਕਿਰਪਾ ਕਰਕੇ ਜ਼ਰੂਰ ਦੇਖ ਲਿਓ ਕਿ ਜਿਹੜਾ ਆਪਣੇ ਕੋਲੇ ਮੁਹੰਮਦ ਬਿਨ ਤੁਗਲਕ ਸੀਗਾ, ਇਹਨੇ ਕੁਝ ਫੈਸਲੇ ਐਸੇ ਲਏ, ਕੁਝ ਕੀ ਮਤਲਬ ਲਗਭਗ ਸਾਰੇ ਫੈਸਲੇ ਐਸੇ ਲਏ ਜਿਹੜੇ ਕੀ ਸੀਗੇ, ਇਹਨੂੰ ਬੈਕਫਾਇਰ ਕਰ ਗਏ ਤੇ ਖਜ਼ਾਨਾ ਖਾਲੀ ਹੋ ਗਿਆ। ਜਿਵੇਂ ਉਹ ਕਹਿੰਦੇ ਨੇ ਨਾ ਕਿ ਖਜ਼ਾਨਾ ਖਾਲੀ ਹੋ ਗਿਆ, ਖਜ਼ਾਨਾ ਖਾਲੀ ਹੋ ਗਿਆ, ਕਹਿੰਦਾ ਇਹ ਖਜ਼ਾਨਾ ਖਾਲੀ ਹੋ ਗਿਆ, ਉਹਨੂੰ ਪੀਪਾ ਕਹੋ, ਖਜ਼ਾਨਾ ਕਾਹਤੋਂ ਕਹਿੰਦੇ, ਉਹ ਗੱਲ ਹੈ। ਤਾਂ ਫਿਰੋਜ਼ ਸ਼ਾਹ ਤੁਗਲਕ ਜਿਹੜਾ ਕੀ ਸੀਗਾ? ਕਜ਼ਨ ਲੱਗਦਾ ਸੀਗਾ। ਜਿਹੜਾ ਕੀ ਲੱਗਦਾ ਸੀਗਾ ਰਾਜੇ? ਕਜ਼ਨ ਲੱਗਦਾ ਸੀ। ਕਿਹਦਾ? ਤਾਂ ਆਪਣੇ ਕੋਲੇ ਮੁਹੰਮਦ ਬਿਨ ਤੁਗਲਕ ਦਾ। ਜਿਹੜਾ ਕਜ਼ਨ ਲੱਗਦਾ ਸੀ ਕਿਹਦਾ? ਮੁਹੰਮਦ ਬਿਨ ਤੁਗਲਕ ਦਾ। ਹੁਣ ਇਹਦੇ ਮੂਹਰੇ ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ, ਪਹਿਲੀ ਪਰੇਸ਼ਾਨੀ ਇਹਦੇ ਮੂਹਰੇ ਕੀ ਸੀ ਕਿ ਮੈਂ ਸੈਕੂਲਰ ਨਹੀਂ ਬਣ ਸਕਦਾ, ਕਿਉਂਕਿ ਮੇਰਾ ਜਿਹੜਾ ਭਾਈ ਸੀਗਾ, ਕਜ਼ਨ ਸੀਗਾ, ਉਹ ਸੈਕੂਲਰ ਬਣਨ ਦੇ ਚੱਕਰ ਦੇ ਵਿੱਚ ਹੀ ਕੀ ਹੋ ਗਿਆ? ਮਾਰਿਆ ਗਿਆ, ਜਾਂ ਸੈਕੂਲਰ ਬਣਨ ਦੇ ਚੱਕਰ 'ਚ ਉਹਨੂੰ ਇੰਨਾ ਕੁਝ ਫੇਸ ਕਰਨਾ ਪਿਆ। ਤਾਂ ਇਹਨੇ ਸਭ ਤੋਂ ਪਹਿਲਾਂ ਬਣਾਈ ਇਸਲਾਮਿਕ ਸਟੇਟ, ਵੀ ਮੈਂ ਤਾਂ ਇਸਲਾਮਿਕ ਸਟੇਟ ਬਣਾਊਂਗਾ। ਤੇ ਕਿਹੜੇ ਲਾਅ ਤੇ ਚੱਲਣ ਲੱਗ ਗਿਆ? ਸ਼ਰੀਅਤ ਦੇ ਲਾਅ ਤੇ। ਇਸਲਾਮਿਕ ਲਾਅ ਨੂੰ ਕੀ ਕਹਿੰਦੇ ਨੇ? ਸ਼ਰੀਅਤ ਲਾਅ। ਤਾਂ ਇਹਨੇ ਸਭ ਤੋਂ ਪਹਿਲਾ ਕੰਮ ਤਾਂ ਇਹੀ ਕੀਤਾ ਵੀ ਮੈਂ ਇਸਲਾਮ ਧਰਮ ਦੇ ਕੰਮ ਤੇ ਚੱਲੂੰਗਾ, ਮੈਂ ਇਹੋ ਜਿਹਾ ਕੁਝ ਵੀ ਨਹੀਂ ਕਰੂੰਗਾ ਵੀ ਆਪਾਂ ਧਰਮ ਦੇ ਵਿੱਚ ਦਖਲਅੰਦਾਜ਼ੀ ਦਈਏ, ਵੀ ਇਸਲਾਮ ਧਰਮ ਨਾਲ ਚੱਲਾਂਗੇ, ਕੋਈ ਗੱਲ ਨਹੀਂ। ਠੀਕ ਹੈ ਜੀ। ਉਹ ਤੋਂ ਬਾਅਦ ਦੂਜਾ ਇਹਦਾ ਕੰਮ ਸੀਗਾ, ਹੁਣ ਪੈਸਾ ਕਿੱਥੋਂ ਆਵੇ? ਲੋਕਾਂ ਦਾ ਰਿਵੋਲਟ ਤਾਂ ਆਪਾਂ ਨੇ ਐਂ ਦਾ ਪਤਾ, ਚਲੋ ਇਸਲਾਮਿਕ ਸਟੇਟ ਬਣਾ ਕੇ ਪੈਸਾ ਕਿੱਥੋਂ ਆਵੇ? ਤਾਂ ਇਹਨੇ ਕਈ ਡਿਪਾਰਟਮੈਂਟ ਬਣਾਏ। ਠੀਕ ਹੈ, ਇਹਨੇ ਕਲਾਸੀਫਿਕੇਸ਼ਨ ਕੀਤੀ, ਇਹਨੇ ਸ਼ਹਿਰ ਬਣਾਏ, ਇਹਨੇ ਬਹੁਤ ਕੁਝ ਕੀਤਾ। ਉਹ ਸਾਰਾ ਕੁਝ ਆਪਾਂ ਪੜਾਂਗੇ। ਠੀਕ ਹੈ ਜੀ, ਕਿਹੜਾ ਡਿਪਾਰਟਮੈਂਟ ਬਣਾਇਆ ਉਹ ਸਾਰਾ ਕੁਝ ਆਪਾਂ ਪੜਾਂਗੇ। ਤਾਂ ਟਾਈਮ ਪੀਰੀਅਡ ਇਹਦਾ ਸੀ 1351 ਤੋਂ ਲੈ ਕੇ 1388 ਤੱਕ, ਇਹਨੂੰ ਯਾਦ ਰੱਖਿਓ। ਫਿਰੋਜ਼ ਸ਼ਾਹ ਤੁਗਲਕ ਇੱਕ ਕਜ਼ਨ ਸੀਗਾ ਜੀ ਮੁਹੰਮਦ ਬਿਨ ਤੁਗਲਕ ਦਾ। ਤੇ ਇਤਿਹਾਸਕਾਰਾਂ ਨੇ, ਕਿਉਂਕਿ ਇਤਿਹਾਸ ਤਾਂ ਬਾਅਦ ਦੇ ਵਿੱਚ ਲਿਖਿਆ ਗਿਆ, ਇਤਿਹਾਸਕਾਰਾਂ ਨੇ ਇਹਨੂੰ ਅਕਬਰ ਲਿਖ ਲਿਓ ਬਈ, ਅਕਬਰ ਆਫ ਦਿੱਲੀ ਸਲਤਨਤ ਵੀ ਕਿਹਾ, ਕਿਉਂਕਿ ਇਹਦੇ ਕੁਝ ਕੰਮ ਇਹੋ ਜਿਹੇ ਹੋਣਗੇ ਜਿਹੜੇ ਅਕਬਰ ਨਾਲ ਮਿਲਦੇ ਹੋਣਗੇ, ਤਾਂ ਕਰਕੇ। ਵੈਸੇ ਤਾਂ ਅਕਬਰ ਹਜੇ ਅੱਗੇ ਆਊਗਾ, ਪਰ ਇਹਨੂੰ ਅਕਬਰ ਆਫ ਦਿੱਲੀ ਸਲਤਨਤ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਦੇ ਐਡਮਿਨਿਸਟ੍ਰੇਟਿਵ ਰਿਫਾਰਮ ਬਹੁਤ ਜ਼ਿਆਦਾ ਵਧੀਆ ਵੀ ਸੀਗੇ ਕੁਝ। ਠੀਕ ਹੈ, ਉਹ ਸਾਰਾ ਕੁਝ ਆਪਾਂ ਅੱਗੇ ਡਿਸਕਸ ਕਰਾਂਗੇ। ਤਾਂ ਫਿਰੋਜ਼ ਸ਼ਾਹ ਤੁਗਲਕ ਕੀ ਤੋਂ ਬਾਅਦ ਆਇਆ ਸੀ? ਮੁਹੰਮਦ ਬਿਨ ਤੁਗਲਕ ਤੋਂ ਬਾਅਦ ਆਇਆ ਸੀ। ਕਲੀਅਰ ਹੈ ਜੀ। ਵਿਚ ਸੁਲਤਾਨ ਰਿਟਰਨ ਟੂ ਸ਼ਰੀਅਤ ਲਾਅ ਇਨ ਹਿਜ਼ ਰੀਜਨ। ਹੁਣੀ ਮੈਂ ਤੁਹਾਨੂੰ ਕੀ ਦੱਸਿਆ, ਇਹ ਸ਼ਰੀਅਤ ਲਾਅ ਲੈ ਕੇ ਆ ਗਿਆ ਸੀ, ਵੀ ਇਸਲਾਮਿਕ ਲਾਅ, ਵੀ ਮੈਨੂੰ ਨਹੀਂ ਫਰਕ ਪੈਂਦਾ ਵੀ ਆਪਾਂ ਕੋਈ ਸੈਕੂਲਰ ਸਟੇਟ ਨਹੀਂ ਬਣਾਉਣੀ, ਕੋਈ ਹਿੰਦੂ ਮੁਸਲਮਾਨ ਜ਼ਿਆਦਾ ਰੌਲਾ ਨਹੀਂ ਪਾਉਣਾ, ਵੀ ਹਿੰਦੂਆਂ ਲਈ ਆਪਾਂ ਸ਼ਰੀਅਤ ਲਾਅ ਦਾ ਹੀ ਕਾਨੂੰਨ ਦਾ ਯੂਜ਼ ਕਰਾਂਗੇ। ਤੇ ਇਹ ਤੋਂ ਇਲਾਵਾ ਲਿਖੋ, ਫਿਰੋਜ਼ ਸ਼ਾਹ ਤੁਗਲਕ ਨੇ 6 ਸ਼ਹਿਰ ਵਸਾਏ ਸੀਗੇ ਜੀ। ਠੀਕ ਹੈ, ਕਿਹੜਾ? ਫਿਰੋਜ਼ਪੁਰ ਪੰਜਾਬ ਵਾਲਾ, ਪਤਾ ਨਾ,
जौनपुर, फतेहाबाद, हिसार, फिरोजपुर, जौनपुर, फतेहाबाद, हिसार, फिरोजशाह कोटला। ठीक है जी, 3 2 5, एक का नाम मेरे दिमाग से स्किप कर गया। चलो, फिरोजपुर, जौनपुर, फतेहाबाद, हिसार, फिरोजशाह कोटला। चलो ठीक है जी, आप 5 ਜ਼ਿਲ੍ਹੇ लिख लो एक बारी, कोई नहीं, एक का नाम मेरे दिमाग से स्किप कर गया। ये 5 ਜ਼ਿਲ੍ਹੇ किने वसाए सी अपने कोले? फिरोज शाह तुगलक ने वसाए सी। ते एने ही भारत दे विच इरीगेशन स्टार्ट की इरीगेशन। मैं थोनों की कहा, सब तो पहली नहर किने बनाई सी? गयासुद्दीन तुगलक ने। पर इन्हें की बनाइया? नहरां बनाइया। नहरां का मतलब होंदा कैनल्स। इन्हें कनाल या कैनल्स बनवाइया सी। ठीक है जी, इन्हें की बनाइया सी? कैनल्स या कैनल बनाइया सी। बहुत ज़्यादा नहरां बनाइया सी, जिहदे करके इहनूं की कहा जांदा है इंडिया दे विच फादर ऑफ इरीगेशन सिस्टम। हुण इरीगेशन का मतलब की होंदा? इरीगेशन का मतलब होंदा सिंचाई। इरीगेशन का मतलब की होंदा सिंचाई। फादर ऑफ इरीगेशन सिस्टम। तो भारत दे विच सिंचाई प्रणाली का पितामा किहनूं कहा जाता है? तो फिरोज शाह तुगलक नूं कहा जाता है। अगे आ जाओ। हक ए शरीफ वाज द टैक्स 1/10 ऑफ द एग्रीकल्चर प्रोड्यूस विच डिपार्टमेंट। देखो ये उही है। हुण ऑब्वियस जी गल है जी, इन्हें की करता? सिंचाई लई नहरां बनवातियां। तो पैसा लेना तो हैगा ना, नहरां बनवातियां, लोग खेती करन लग गए, पर इन्हें पैसा तो लेना है। तो ये सिंचाई टैक्स सीगा। हक ए शरफ एक की सीगा? इरीगेशन टैक्स सीगा। भी जिहड़ा भी उस नहर नूं यूज़ करूगा, जिहड़ा भी उस नहर दा जिहड़ी नहर बनी है उहदा पानी यूज़ कर रहा, उहनूं हक ए शरफ देना पऊगा। कितना हुंदा सी ये? 1/10 ऑफ द एग्रीकल्चर प्रोड्यूस। भी थोड़ी अपने को खेतीबाड़ी के जिन्नी भी प्रोडक्शन हो रही है वह 1/10 तुसीं की करोगे? एज अ टैक्स के रूप में मैनूं दोगे। तो इंपॉर्टेंट है हक ए शारिब टेस्ट टैक्स किहड़ा हुंदा सीगा? तां इरीगेशन टैक्स हुंदा सी, जो सिंचाई के उत्ते लग्या करदा सी। इंपॉर्टेंट क्वेश्चन है, याद रखियो। हू मेड इकतादारी सिस्टम हेरीडिटरी? तुहानूं याद होऊगा कि मैं तुहानूं करवाया सी इकतादारी सिस्टम। इकतादारी सिस्टम की हुंदा सीगा? भी एक इकतादार बना दिता, एक इकतादार बना दिता जाता सी किसी जगह का। तो वह इकतादार की करया करदा सीगा? भी इत्थों का रेवेन्यू इकट्ठा करके तू सुल्तान नूं देगा। पर इकतादारी सिस्टम शुरू किने कीती सीगी? इल्तुतमिश ने। इल्तुतमिश, याद रखो। इकतादारी सिस्टम शुरू किने कीता सी? इल्तुतमिश ने। उस तो बाद अबॉलिश किने कीता? अबॉलिश का मतलब होंदा खत्म किने कीता? तो खत्म किने कीता सी? अलाउद्दीन खिलजी ने। अलाउद्दीन खिलजी कहना ना भी आप किसी को क्यों हक दईए, सारा कुछ मेरा है। तो अलाउद्दीन खिलजी ने खत्म किया। उस तो बाद दोबारा स्टार्ट किने किया? तो फिरोज शाह तुगलक। फिरोज शाह तुगलक ने शुरू किया। तो इन्हें ही की बनाया? हैरीडिटरी। हैरीडिटरी का मतलब क्या होंदा? आ कोई जमीन है, आ किसी एक बंदे नूं दे रखी है, ये मर गया या ये छड्ड गया तो ऑटोमैटिकली ये मुंडे कोले वो जमीन आ जाऊगी। पहला की हुंदा सीगा? हैरीडिटरी नहीं हुंदी सीगी। जे वो बंदा मर गया तो आप किसी होर नूं उत्थे की करांगे? अलॉट करांगे। ठीक है, वो जमीन। पर इत्थे की हो गया सी? जमीन इन द सेंस भी एरिया। तो इत्थे की हो गया? हैरीडिटरी हो गई। हैरीडिटरी का मतलब होंदा अनुवांशिक। तू नहीं तो तेरे पुत्र नूं, तेरे पुत्र नहीं तो ओहदे पुत्र नूं। तो इकतादारी सिस्टम नूं किने अपने कोले हैरीडिटरी बनाया सीगा? तो अपने कोले फिरोज शाह तुगलक ने। ठीक है जी। ज़कात वाज द टैक्स गिवन बाय विच कम्यूनिटी? हुण इहदा मतलब की है? देखो, थोने एक जजिया टैक्स सुनिया होना, शायद अगे आऊगा वो जजिया टैक्स। ये जजिया टैक्स लगाउण वाला पहला बंदा सी। हुण पहला क्यों सीगा? क्योंकि मैं थोनों करवाया जजिया टैक्स किसने लगाया सब तो पहला? तो जजिया टैक्स लगाया सी अपने कोले मुहम्मद बिन कासिम ने। सब तो पहला मुहम्मद बिन कासिम ने भारत के उत्ते जजिया टैक्स लगाया। पर जदों उन्हें जजिया टैक्स लगाया तो उन्हें बच्चे, बुढ़े, अपंग या औरतों, ब्राह्मणों नूं छड्डता भी इन्हां तो टैक्स नहीं लिया जाऊगा, बाकियां तो लिया जाऊगा। तो जजिया टैक्स तुहानूं सब नूं पता है, यह एक नॉन मुस्लिम तो लिया जाने वाला टैक्स है। यह एक नॉन मुस्लिम तो लिया जाने वाला टैक्स है। पर जिथे अपने कोले मुहम्मद बिन कासिम ने कुछ बंदियां नूं की कीता सीगा भी नहीं, इन्हां तो अपने नहीं लेना। कुछ जगह नूं, या मतलब कुछ जगह इन द सेंस भी कुछ पर्टिकुलर समुदाय नूं, औरत बच्चे जिहड़े भी सीगे, इन्हें की करता सी? इन्हें फुली का मतलब होंदा पक्के तौर पर या सारे दे उत्ते ही जजिया टैक्स लगा दिता गया सी। तो इंपॉर्टेंट है कि फुली तौर पर इंप्लीमेंट किसने किया सीगा? फिरोज शाह तुगलक ने। ऑब्वियस जी गल है, इस्लामिक शरीयत लॉ चलाना सीगा तो यह भी उन्होंने करना ही पैना सी। ठीक है जी। तो इन्हें सारे दे उत्ते ही की लगाता? जजिया टैक्स लगा दिता
ਸੀ। ਤੇ ਜ਼ਕਾਤ ਟੈਕਸ ਕੀ ਹੁੰਦਾ ਜੀ? ਜ਼ਕਾਤ ਟੈਕਸ ਹੁੰਦਾ ਜੋ ਮੁਸਲਿਮ ਦੇ ਉੱਤੇ ਲੱਗਦਾ, ਜੋ ਮੁਸਲਿਮ ਦੇ ਉੱਤੇ ਲੱਗਦਾ। ਹੁਣ ਤੁਸੀਂ ਕਹੋਗੇ ਸਰ ਸ਼ਰੀਅਤ ਲਾਅ ਦੇ ਵਿੱਚ ਵੀ ਇਹ ਕੀ ਚੀਜ਼ ਹੋ ਗਈ ਵੀ ਉਹਨਾਂ ਨੂੰ ਹੀ ਟੈਕਸ ਦੇਣਾ ਪੈ ਰਿਹਾ? ਐਕਚੁਅਲ 'ਚ ਇਹ ਇੱਕ ਫਾਰਮ ਆਫ ਟੈਕਸ ਹੁੰਦੀ ਸੀ। ਜਿਵੇਂ ਹੁਣ ਮੈਂ ਦੱਸਾਂ, ਆਪਣੇ ਕੋਲ ਸਿੱਖ ਭਾਈਚਾਰਾ ਕੀ ਕਰਦਾ, ਦਸਵੰਧ ਕੱਢਦਾ। ਉਹਨਾਂ ਦਾ ਕੋਈ ਜ਼ੋਰ ਜ਼ਬਰਦਸਤ ਤਾਂ ਹੈ ਨਹੀਂ, ਗੁਰੂ ਸਾਹਿਬਾਨ ਕਹਿ ਗਏ। ਜੇ ਕਿਸੇ ਨੂੰ ਪਤਾ ਥੱਲੇ ਕਮੈਂਟ ਕਰਕੇ ਦੱਸਿਓ, ਮੈਂ ਵੀ ਦੇਖਾ ਕਿਹਨੂੰ ਕਿਹਨੂੰ ਯਾਦ ਹੈ ਦਸਵੰਧ ਪ੍ਰਥਾ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ। ਠੀਕ ਹੈ, ਤਾਂ ਗੁਰੂ ਸਾਹਿਬਾਨ ਕਹਿ ਗਏ ਵੀ ਤੁਸੀਂ ਦਸਵੰਧ ਕੱਢਣਾ ਹੈ। ਹੁਣ ਆਪਣੇ ਤੇ ਕੋਈ ਤਲਵਾਰ ਤਾਂ ਲਟਕੀ ਨਹੀਂ ਹੋਈ ਵੀ ਕੱਢਣਾ ਹੀ ਕੱਢਣਾ ਹੈ, ਪਰ ਆਪਣੀ ਇੱਕ ਸ਼ਰਤ ਹੈ, ਇੱਕ ਟਾਈਪ ਆਫ ਆਪਾਂ ਟੈਕਸ ਦੇ ਰਹੇ ਹਾਂ। ਉਵੇਂ ਹੀ ਇਸਲਾਮ ਧਰਮ ਦੇ ਵਿੱਚ ਮੁਸਲਿਮ ਤੋਂ ਜਿਹੜਾ ਟੈਕਸ ਲਿਆ ਜਾਂਦਾ ਉਹਨੂੰ ਕੀ ਕਹਿੰਦੇ ਨੇ? ਜ਼ਕਾਤ ਕਹਿੰਦੇ ਨੇ। ਉਹ ਵੀ ਆਪਣੀ ਮਰਜ਼ੀ ਨਾਲ ਹੀ ਦਿੰਦੇ ਹਨ। ਠੀਕ ਹੈ ਜੀ, ਉਹਨੂੰ ਆਪਾਂ ਜ਼ਕਾਤ ਕਹਿ ਦਿੰਦੇ ਹਾਂ। ਖਰਾਜ, ਲੈਂਡ ਟੈਕਸ, ਖੁਮਸ, ਲੂਟ ਟੈਕਸ ਵਾਸ ਇੰਟਰੋਡਿਊਸ ਬਾਈ। ਇੰਪੋਰਟੈਂਟ ਹੈ ਜਿਹੜਾ ਖਰਾਜ ਲੈਂਡ ਟੈਕਸ ਮਤਲਬ ਕੀ ਹੈ? ਖਰਾਜ ਦਾ ਮਤਲਬ ਪੇਪਰ 'ਚ ਕੀ ਆਊਗਾ? ਖਰਾਜ ਕੀ ਹੈ? ਇੱਕ ਲੈਂਡ ਟੈਕਸ ਹੈ। ਖੁਮਸ ਲੂਟ ਟੈਕਸ, ਲੈਂਡ ਟੈਕਸ ਕੀ ਹੈ? ਜਿਹਦੇ ਕੋਲ ਜਿੰਨੀ ਜ਼ਮੀਨ ਹੈ ਉਹਦੇ ਹਿਸਾਬ ਨਾਲ ਮੈਨੂੰ ਕੀ ਦਊਗਾ? ਟੈਕਸ ਦਊਗਾ, ਕਿਉਂਕਿ ਪੈਸਾ ਇਕੱਠਾ ਕਰਨਾ ਸੀ ਰਜੇ, ਟੈਕਸ ਲਾਉਣਾ ਜ਼ਰੂਰੀ ਸੀ ਉਹਨੂੰ। ਲੂਟ ਟੈਕਸ ਕੀ ਹੋਊਗਾ? ਜਿਹੜਾ ਬੰਦਾ ਜਿਹਨਾਂ ਲੁੱਟ ਕੇ ਲੈ ਕੇ ਆਊਗਾ ਉਹਦੇ ਉੱਤੇ ਮੈਨੂੰ ਕੀ ਦਊਗਾ? ਟੈਕਸ ਦਊਗਾ। ਹੁਣ ਤੁਹਾਨੂੰ ਯਾਦ ਹੋਊਗਾ ਅਲਾਉਦੀਨ ਖਿਲਜੀ ਨੇ ਕੀ ਕਰਿਆ ਸੀ? ਕੈਸ਼। ਵੀ ਜੇਕਰ ਆਰਮੀ ਕਿਤੇ ਵੀ ਇਨਵੇਡ ਕਰ ਰਹੀ ਹੈ, ਕਿਤੇ ਵੀ ਲੁੱਟਣ ਜਾ ਰਹੀ ਹੈ, ਤਾਂ ਉਹ ਹੁਣ ਮੈਨੂੰ ਕੀ ਦਊਗੀ? ਸਾਰਾ ਸਮਾਨ ਜਿੰਨਾ ਵੀ ਲੁੱਟ ਕੇ ਲੈ ਕੇ ਆਊਗੀ 100% ਸਮਾਨ ਮੈਨੂੰ ਦਊਗੀ, ਮੈਂ ਬਦਲੇ 'ਚ ਕੈਸ਼ ਦਊਂਗਾ, ਵੀ ਐਜ਼ ਅ ਪੇਮੈਂਟ ਮੈਂ ਕੈਸ਼ ਕਰੂੰਗਾ। ਪਰ ਇਹਨੇ ਕੀ ਕਰਿਆ ਵੀ ਜਿੰਨਾ ਤੁਸੀਂ ਜ਼ਿਆਦਾ ਲੁੱਟ ਕੇ ਲੈ ਕੇ ਆਓਗੇ ਉਹਦਾ ਕੁਛ ਹਿੱਸਾ ਮੇਰਾ, ਬਾਕੀ ਤੁਹਾਡਾ। ਉਹ ਜਿਹੜਾ ਕੁਛ ਹਿੱਸਾ ਲੈ ਰਿਹਾ ਉਹਨੂੰ ਹੀ ਕੀ ਕਹਿੰਦੇ ਸੀ? ਖੁਮਸ, ਵੀ ਲੁੱਟ ਦਾ ਟੈਕਸ। ਤਾਂ ਇਹ ਦੋਨੇ ਕਿਹਨੇ ਸ਼ੁਰੂ ਕੀਤੇ ਸੀ? ਫਿਰੋਜ਼ ਸ਼ਾਹ ਤੁਗਲਕ ਨੇ। ਸਪੈਲਿੰਗ ਇਧਰ ਉਧਰ ਹੋ ਗਏ। ਇਹ ਵੀ ਫਿਰੋਜ਼ ਸ਼ਾਹ ਤੁਗਲਕ ਨੇ ਹੀ ਕੀ ਕੀਤੇ ਸੀਗੇ? ਸ਼ੁਰੂ ਕੀਤੇ ਸੀ। ਦ ਸਿਟੀਜ਼ ਫਾਊਂਡਡ ਬਾय ਦ ਫਿਰੋਜ਼ ਸ਼ਾਹ ਤੁਗਲਕ। ਮੈਂ ਤੁਹਾਨੂੰ ਕਰਵਾ ਚੁੱਕਿਆ ਕਿਹੜੀਆਂ ਕਿਹੜੀਆਂ ਸੀਗੀਆਂ ਰਾਜੇ? ਫਿਰੋਜ਼ਪੁਰ, जौनपुर, फतेहाबाद, हिसार, फिरोज शाह कोटला। ठीक है जी, फिरोज शाह कोटला। फिरोज शाह कोटला स्टेडियम का नाम बदल के कुछ होर करता। जे किसी को पता है तो मैं थले कमेंट करके दस्यो। फिरोज शाह कोटला स्टेडियम का नाम बदल के आई थिंक 2019 बदलिया या 20 19 बदलिया शायद, कुछ होर करता। थले कमेंट करके दसो जे किसी को पता है भी वह नाम की कर दिता गया है। इत्थे एक बहुत ही वधिया क्रांतिकारी संगठन की शुरुआत भी हुई सी इस फिरोज शाह कोटला मैदान दे विच, तां ओह भी दस्यो वो किहड़ा क्रांतिकारी संगठन सी। द सलेवरी डिपार्टमेंट इंट्रोड्यूस बाय द फिरोज शाह तुगलक। देखो इंपॉर्टेंट क्वेश्चन इत्थों कि पूरी दी पूरी दिल्ली सल्तनत दे विच सब तो ज़्यादा सलेब किहदे कोल सी? सब तो ज़्यादा सलेब, सलेब का मतलब क्या होंदा? गुलाम। सब तो ज़्यादा गुलाम किहदे कोल सीगे? तां फिरोज शाह तुगलक दे कोले सीगे। ते उन्हें गुलामां दे लई की बनाया सीगा? एक डिपार्टमेंट बनाया सी जिन्होंने आपां की कहंदे सी? दीवान ए बंदगान। ਤਾਂ ਗੁਲਾਮਾਂ ਦੇ ਲਈ ਉਹਨੇ ਕੀ ਬਣਾਇਆ ਸੀਗਾ? ਇੱਕ ਡਿਪਾਰਟਮੈਂਟ ਬਣਾਇਆ ਸੀ ਜਿਹਨੂੰ ਕੀ ਕਹਿੰਦੇ ਸੀ? ਦੀਵਾਨ ਏ ਬੰਦਗਾਨ। ਠੀਕ ਹੈ, ਇੰਪੋਰਟੈਂਟ ਹੈ। ਸਭ ਤੋਂ ਜ਼ਿਆਦਾ ਸਲੇਵ ਗੁਲਾਮ ਕਿਹਦੇ ਕੋਲ ਸੀ? ਤਾਂ ਫਿਰੋਜ਼ ਸ਼ਾਹ ਤੁਗਲਕ ਦੇ ਕੋਲੇ ਸੀ। ਠੀਕ ਹੈ ਜੀ, ਅੱਗੇ ਆ ਜਾਓ। ਫਤੂਹਤ ਏ ਫਿਰੋਜ਼ ਸ਼ਾਹੀ ਰਿਟਨ ਬਾਏ। ਬਹੁਤ ਸੋਹਣਾ ਕੁਐਸਚਨ ਹੈ। ਫਤੂਹਤ ਏ ਫਿਰੋਜ਼ ਸ਼ਾਹੀ, ਫਤੂਹਤ ਏ ਫਿਰੋਜ਼ ਸ਼ਾਹ, ਫਤੂਹਤ ਏ ਫਿਰੋਜ਼ ਸ਼ਾਹੀ, ਇਹ ਕਿਹਦੇ ਦੁਆਰਾ ਲਿਖੀ ਗਈ ਹੈ? ਤਾਂ ਇਹ ਆਪਣੇ ਕੋਲੇ ਕੀ ਹੈ? ਆਟੋਬਾਇਓਗ੍ਰਾਫੀ ਹੈ ਜੀ। ਇਹ ਕੀ ਹੈ ਆਪਣੇ ਕੋਲੇ? ਆਟੋਬਾਇਓਗ੍ਰਾਫੀ ਹੈ। ਕਿਹਦੀ? ਆਪਣੇ ਕੋਲੇ ਫਿਰੋਜ਼ ਸ਼ਾਹ ਤੁਗਲਕ ਦੀ। ਹੁਣ ਆਟੋਬਾਇਓਗ੍ਰਾਫੀ ਓਬਵੀਅਸ ਜੀ ਗੱਲ ਹੈ, ਕਿਹਨੇ ਲਿਖੀ ਹੋਊਗੀ? ਜਿਹੜੇ ਬੰਦੇ ਦੀ ਉਹ ਹੈਗੀ ਹੈ, ਤੁਗਲਕ। ਠੀਕ ਹੈ ਜੀ, ਤਾਂ ਆਟੋਬਾਇਓਗ੍ਰਾਫੀ ਹੈ ਫਤੂਹਤ ਏ ਫਿਰੋਜ਼ ਸ਼ਾਹੀ, ਜਿਹੜੀ ਕਿ ਫਿਰੋਜ਼ ਸ਼ਾਹ ਤੁਗਲਕ ਨੇ ਆਪ ਹੀ ਲਿਖੀ ਹੈ। ਉਸ ਤੋਂ ਬਾਅਦ ਤਹਿਰੀਕ ਏ ਫਿਰੋਜ਼ ਸ਼ਾਹੀ ਅਤੇ ਫਤਵਾ ਏ ਜਹਾਂਦਰੀ, ਇਹ ਦੋ ਕਿਹਨਾਂ ਨੇ ਲਿਖੀਆਂ ਨੇ? ਦੇਖੋ ਇਹ ਵੀ ਆਪਣੇ ਕੋਲੇ ਕੀ ਨੇ? ਸੁਲਤਾਨਾਂ ਦੇ ਉੱਤੇ ਲਿਖੀਆਂ ਹੋਈਆਂ ਕਿਤਾਬਾਂ ਨੇ। ਫਤਵਾ ਏ ਜਹਾਂਦਰੀ ਅਤੇ ਤਹਿਰੀਕ ਏ ਫਿਰੋਜ਼ ਸ਼ਾਹੀ। ਪੇਪਰ ਦੇ ਵਿੱਚ ਕੁਐਸਚਨ ਆਉਂਦਾ ਇਹ ਦੋਨੇ ਕਿਹਨਾਂ ਨੇ ਲਿਖੀਆਂ ਨੇ? ਤਾਂ ਇਹ ਲਿਖੀ ਹੈ ਜ਼ਿਆਉਦੀਨ ਬਰਨੀ ਨੇ। ਜ਼ਿਆਉਦੀਨ ਬਰਨੀ ਨੇ ਇਹ ਦੋਨੇ ਕਿਤਾਬਾਂ ਲਿਖੀਆਂ ਹਨ। ਇੰਪੋਰਟੈਂਟ ਕੁਐਸਚਨ ਹੈ, ਕਿਹਨੇ ਲਿਖੀਆਂ ਨੇ? ਜ਼ਿਆਉਦੀਨ ਬਰਨੀ ਨੇ ਇਹ ਕਿਤਾਬਾਂ ਲਿਖੀਆਂ ਨੇ। ਤੇ ਇੱਥੇ ਮੈਨੂੰ ਕੁਐਸਚਨ ਯਾਦ ਆ ਗਿਆ ਬਈ, ਇਸ ਇਤਿਹਾਸਕਾਰ ਨੇ ਹੀ ਕਿਹਾ ਸੀਗਾ ਜਦੋਂ ਆਪਣੇ ਕੋਲੇ ਕੌਣ ਮਰਿਆ ਸੀਗਾ? ਮੁਹੰਮਦ ਬਿਨ ਤੁਗਲਕ, ਵੀ ਰਾਜੇ ਨੂੰ ਲੋਕਾਂ ਤੋਂ ਅਤੇ ਲੋਕਾਂ ਨੂੰ
ਰਾਜੇ ਤੋਂ ਛੁਟਕਾਰਾ ਮਿਲ ਗਿਆ। ਇਹ ਗੱਲ ਬਰਨੀ ਨੇ ਹੀ ਕਹੀ ਸੀ, ਕਿਹਦੇ ਮਰੇ ਦੇ ਉੱਤੇ? ਫਿਰ ਉਹ ਮੁਹੰਮਦ ਬਿਨ ਤੁਗਲਕ ਦੇ। ਵੀ ਰਾਜੇ ਨੂੰ ਲੋਕਾਂ ਤੋਂ, ਰਾਜੇ ਨੂੰ ਲੋਕਾਂ ਤੋਂ, ਲੋਕ ਦਾ ਮਤਲਬ ਕੀ ਹੋਇਆ ਵੀ ਲੋਕ ਕਹਿੰਦੇ ਨੇ ਉਹਦੇ ਫੈਸਲਿਆਂ ਨੂੰ ਸਮਝ ਨਹੀਂ ਪਾਏ, ਤਾਂ ਕਰਕੇ ਵੀ ਚੰਗਾ ਰਾਜਾ ਮਰ ਗਿਆ, ਵੀ ਚਲੋ ਛੱਡੋ ਇਹੋ ਜਿਹੇ ਲੋਕਾਂ ਦੇ ਮੂੰਹ ਕੌਣ ਲੱਗੇ। ਤੇ ਲੋਕਾਂ ਨੂੰ ਰਾਜੇ ਤੋਂ, ਆਬਵੀਅਸ ਦੀ ਗੱਲ ਹੈ, ਲੋਕ ਉਹਦੇ ਫੈਸਲਿਆਂ ਤੋਂ ਦੁਖੀ ਸੀਗੇ, ਤਾਂ ਲੋਕਾਂ ਨੂੰ ਰਾਜੇ ਤੋਂ ਅਤੇ ਰਾਜੇ ਨੂੰ ਲੋਕਾਂ ਤੋਂ ਕੀ ਮਿਲ ਗਿਆ? ਆਰਾਮ ਮਿਲ ਗਿਆ, ਵੀ ਚਲੋ ਕੋਈ ਗੱਲ ਨਹੀਂ, ਠੀਕ ਹੈ ਜੀ। ਤਾਂ ਤਹਿਰੀਕ ਫਿਰੋਜ਼ ਸ਼ਾਹੀ ਅਤੇ ਫਤਵਾ ਜਹਾਂਦਰੀ ਕਿਹਨੇ ਲਿਖੀ ਸੀ? ਜ਼ਿਆਉਦੀਨ ਬਰਨੀ ਨੇ ਲਿਖੀ ਸੀ। ਇਹਨੂੰ ਯਾਦ ਰੱਖਿਓ। ਇਸਾਮੀ ਹੂ ਰੌਟ ਦਾ ਫਤੂਹਤ ਏ ਸਲਾਤਿਨ ਵਾਸ ਦਾ ਕੋਟ ਪੋਇਟ। ਦੇਖੋ ਪਹਿਲਾਂ ਤਾਂ ਕੁਐਸਚਨ ਕਿ ਇਸਾਮੀ ਨੇ ਕਿਹੜੀ ਕਿਤਾਬ, ਇਹ ਵੀ ਇੱਕ ਰਾਈਟਰ ਹੋਇਆ, ਇਹਨੇ ਕਿਹੜੀ ਕਿਤਾਬ ਲਿਖੀ ਹੈ? ਫਤੂਹਤ ਏ ਸੁਲਤਾਨ ਜਾਂ ਸੁਲਤਾਨ, ਕੁਝ ਵੀ ਲਿਖ ਲਓ। ਫਤੂਹਤ ਏ ਸੁਲਤਾਨ, ਇਹ ਕਿਹਦੇ ਕੋਰਟ ਦੇ ਵਿੱਚ ਸੀਗਾ? ਤਾਂ ਆਬਵੀਅਸ ਜੀ ਗੱਲ ਹੈ, ਇਹ ਆਪਣੇ ਕੋਲੇ ਫਿਰੋਜ਼ ਸ਼ਾਹ ਤੁਗਲਕ ਦੀ ਕੋਰਟ ਦੇ ਵਿੱਚ ਸੀ। ਫਿਰੋਜ਼ ਸ਼ਾਹ ਤੁਗਲਕ ਦੀ ਕੋਰਟ ਦੇ ਵਿੱਚ ਹੀ ਸੀ। ਤੇ ਫਿਰੋਜ਼ ਸ਼ਾਹ ਤੁਗਲਕ ਨੇ ਰਾਜੇ PWD ਡਿਪਾਰਟਮੈਂਟ ਵੀ ਬਣਾਏ ਸੀਗੇ, ਠੀਕ ਹੈ, ਆਪਣੇ ਟਾਈਮ 'ਚ, ਮਤਲਬ ਜਿੰਨੇ ਕੋ ਬਣਾ ਸਕਦਾ ਸੀਗਾ। ਉਹਨੇ ਆਪਣੇ ਕੋਲੇ ਐਮਪਲੋਇਮੈਂਟ ਦਫ਼ਤਰ ਵੀ ਬਣਾਏ ਸੀਗੇ, ਮਤਲਬ ਐਮਪਲੋਇਮੈਂਟ ਡਿਪਾਰਟਮੈਂਟ ਵੀ ਬਣਾਏ। ਉਹ ਆਪਣੇ ਕੋਲੇ ਮੈਰਿਜ ਵੀ ਕਰਵਾਉਂਦਾ ਸੀਗਾ, ਜਿਹੜੀਆਂ ਆਪਣੇ ਕੋਲ ਅੱਜ ਕੱਲ੍ਹ ਸਮੂਹਿਕ ਵਿਆਹ ਹੁੰਦੇ ਨੇ, ਉਹਦਾ ਮੈਰਿਜ ਬਿਊਰੋ ਵੀ ਖੁਲਵਾਇਆ ਹੋਇਆ ਸੀ। ਮਤਲਬ ਕਾਫੀ ਕੰਮ ਉਹਨੇ ਕੀਤੇ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਅੱਗੇ ਆ ਗਿਆ ਦੇਖੋ, ਦੀਵਾਨ ਏ ਖੈਰਾਤ ਤੇ ਦਰ ਉਲ ਸ਼ਫਾਵਾਜ਼ ਦਾ ਡਿਪਾਰਟਮੈਂਟ ਆਫ। ਦੇਖੋ ਖੈਰਾਤ ਦਾ ਮਤਲਬ ਕੀ ਹੁੰਦਾ? ਕਿਸੇ ਨੂੰ ਖੈਰਾਤ ਦੇਣੀ, ਕਿਸੇ ਨੂੰ ਕੁਝ ਦੇਣਾ। ਤਾਂ ਖੈਰਾਤ ਦਾ ਮਤਲਬ ਹੁੰਦਾ ਕਿਸੇ ਨੂੰ ਆਪਾਂ ਕੁਝ ਦਿੰਦੇ ਹਾਂ, ਉਹਨੂੰ ਆਪਾਂ ਖੈਰਾਤ ਕਹਿੰਦੇ ਹਾਂ, ਠੀਕ ਹੈ। ਜਿਵੇਂ ਤੁਸੀਂ ਕੋਈ ਮੰਗਣ ਵਾਲਾ ਹੁੰਦਾ, ਉਹਨੂੰ ਪੈਸੇ ਦਿੰਦੇ, ਉਹ ਖੈਰਾਤ ਹੁੰਦੀ ਹੈ, ਠੀਕ ਹੈ। ਤਾਂ ਹੁਣ ਇੱਥੇ ਦੀਵਾਨ ਏ ਖੈਰਾਤ ਕੀ ਹੁੰਦਾ ਸੀ? ਕਿਸੇ ਨੂੰ ਇਕਨੋਮਿਕਲ ਹੈਲਪ ਦੇ ਲਈ, ਵੀ ਮੰਨ ਕੇ ਚਲੋ ਕੋਈ ਨੀਡੀ ਪਰਸਨ ਆ ਗਿਆ, ਤਾਂ ਉਹਦੇ ਲਈ ਜਿਹੜਾ ਡਿਪਾਰਟਮੈਂਟ ਬਣਾਇਆ ਹੋਇਆ ਸੀ ਉਹਦਾ ਨਾਮ ਸੀ ਦੀਵਾਨ ਏ ਖੈਰਾਤ। ਤੇ ਦਰ ਉਲ ਸ਼ਫਾ, ਸ਼ਫਾ ਦਾ ਮਤਲਬ ਹੁੰਦਾ ਕਿਸੇ ਨੂੰ ਠੀਕ ਕਰਨਾ। ਤਾਂ ਜਿਹੜਾ ਹਸਪੀਟਲ ਡਿਪਾਰਟਮੈਂਟ ਹੁੰਦਾ ਸੀ ਉਹਨੂੰ ਕੀ ਕਹਿੰਦੇ ਸੀ? ਦਰ ਉਲ ਸ਼ਫਾ। ਵੀ ਜਿੱਥੇ ਸਾਰੇ ਜਾਣੇ ਠੀਕ ਹੁੰਦੇ ਸੀ ਉਹਨੂੰ ਆਪਾਂ ਕੀ ਕਹਿੰਦੇ ਸੀ? ਦਰ ਉਲ ਸ਼ਫਾ ਕਿਹਾ ਜਾਂਦਾ ਸੀ। ਤਾਂ ਇਹ ਕੁਝ ਡਿਪਾਰਟਮੈਂਟ ਸੀ ਜੋ ਇਹਨੇ ਬਣਾਇਆ ਸੀ। ਵਟ ਵਾਜ਼ ਦਾ ਅਧਾ ਐਂਡ ਬਿਕ, ਬਹੁਤ ਇੰਪੋਰਟੈਂਟ। ਤੁਹਾਨੂੰ ਪਤਾ, ਹੁਣ ਜੀਤਲ ਦਾ ਪਤਾ ਨਾ, ਜੀਤਲ ਤੇ ਟੰਕਾ ਕਿਹਨੇ ਚਲਾਏ ਸੀਗੇ? ਇਲਤੁਤਮਿਸ਼ ਨੇ। ਜੀਤਲ ਅਤੇ ਟੰਕਾ ਕਿਸ ਨੇ ਚਲਾਏ ਸੀ? ਇਲਤੁਤਮਿਸ਼ ਨੇ। ਤਾਂ ਜੀਤਲ ਦਾ 25% ਅਤੇ ਜੀਤਲ ਦਾ 50%, ਇਹਨੇ ਦੋ ਸਿੱਕੇ ਚਲਾਏ ਸੀ, ਅੱਧਾ ਅਤੇ ਬਿਕ। ਯਾਦ ਰੱਖਿਓ, ਅੱਧਾ ਅਤੇ ਬਿਕ ਇਹ ਦੋਨੇ ਕੀ ਸੀਗੇ? ਸਿੱਕੇ ਸੀਗੇ, ਕੋਇਨ ਸੀਗੇ, ਜਿਹੜੇ ਕਿਹਨੇ ਚਲਾਏ ਸੀਗੇ ਆਪਣੇ ਕੋਲੇ? ਆਪਣਾ ਫਿਰੋਜ਼ ਸ਼ਾਹ ਤੁਗਲਕ ਨੇ। ਤੇ ਇੱਕ ਹੋਰ ਸਿੱਕਾ ਸੀਗਾ ਸ਼ਸ਼ਗਾਨੀ, ਠੀਕ ਹੈ। ਤਾਂ ਇਹ ਤਿੰਨ ਸਿੱਕੇ ਸੀਗੇ, ਅੱਧਾ, ਸ਼ਸ਼ਗਾਨੀ ਅਤੇ ਬਿਕ, ਇਹ ਕਿਹਨੇ ਚਲਾਏ ਸੀ ਕੋਇਨ? ਤਾਂ ਆਪਣੇ ਕੋਲੇ ਫਿਰੋਜ਼ ਸ਼ਾਹ ਤੁਗਲਕ ਨੇ ਚਲਾਏ ਸੀ। ਇਹ ਗੱਲਾਂ ਤੁਹਾਨੂੰ ਯਾਦ ਰੱਖਣੀਆਂ ਨੇ। ਹੂ ਵਾਜ਼ ਦਾ ਲਾਸਟ ਤੁਗਲਕ ਰੂਲਰ। ਹੁਣ ਦੇਖੋ ਬਈ, ਮਰ ਗਿਆ 1388 ਦੇ ਵਿੱਚ। ਕੌਣ ਮਰ ਗਿਆ? ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਤੁਗਲਕ, ਇਹ ਵੀ ਨੈਚੁਰਲ ਮੌਤ ਮਰਿਆ ਜੀ, ਮਤਲਬ ਕਿਸੇ ਵੀ ਜੰਗ ਦੇ ਵਿੱਚ ਇਹ ਨਹੀਂ ਮਰਿਆ। ਇਹ ਤੋਂ ਬਾਅਦ 5 ਸੁਲਤਾਨ ਆਏ ਜਿਹੜੇ ਕੰਮ ਦੇ ਨਹੀਂ ਆਏ, ਨਾਮ ਵੀ ਯਾਦ ਰੱਖਣ ਦੀ ਲੋੜ ਨਹੀਂ। ਉਹ ਤੋਂ ਬਾਅਦ ਆਇਆ ਲਗਭਗ 1396 ਦੇ ਵਿੱਚ ਰਾਜਾ, 1394 ਦੇ ਵਿੱਚ ਸੌਰੀ, ਜਿਹਦਾ ਨਾਮ ਸੀ ਨਸੀਰੁਦੀਨ। ਕੰਮ ਦਾ ਇਹ ਵੀ ਨਹੀਂ ਸੀਗਾ ਜੀ, ਕੰਮ ਦਾ ਇਹ ਵੀ ਨਹੀਂ ਸੀ। ਹੁਣ ਮੈਂ ਤੁਹਾਨੂੰ ਦੱਸ ਰਿਹਾ ਕੀ ਹੋ ਰਿਹਾ। ਹੂ ਵਾਜ਼ ਦਾ ਲਾਸਟ ਤੁਗਲਕ ਰੂਲਰ, ਠੀਕ ਹੈ, ਨਸੀਰੁਦੀਨ। ਤੇ ਇਹੀ ਆਪਣੇ ਕੋਲੇ ਕੀ ਸੀ? ਲਾਸਟ ਰੂਲਰ ਸੀਗਾ। ਇਹਨੇ ਆਪਣਾ ਇੱਕ ਕੀ ਰੱਖ ਲਿਆ? ਵਜ਼ੀਰ ਰੱਖ ਲਿਆ। ਇਹਨੇ ਆਪਣਾ ਇੱਕ ਵਜ਼ੀਰ ਰੱਖ ਲਿਆ ਜਿਹਦਾ ਨਾਮ ਸੀ ਖਿਜ਼ਰ ਖਾਨ। ਜਿਹਦਾ ਨਾਮ ਕੀ ਸੀਗਾ? ਖਿਜ਼ਰ ਖਾਨ। ਤੇ ਜਿਹੜਾ ਇਹ ਖਿਜ਼ਰ ਖਾਨ ਸੀਗਾ, ਇਹਨੇ ਕੀ ਕਰਿਆ? ਇਹਨੇ ਦੇਖਿਆ ਵੀ ਮੇਰਾ ਰਾਜਾ ਤਾਂ ਕੰਮ ਦਾ ਹੈ ਨਹੀਂਗਾ, ਵੀ ਆਪਾਂ ਕੀ ਕਰਦੇ ਹਾਂ, ਕਿਸੇ ਨੂੰ ਬੁਲਾਉਨੇ ਆ, ਵੀ ਕੋਈ ਆਊਗਾ ਇਹ ਤੇ ਅਟੈਕ ਕਰੂਗਾ। ਪਹਿਲੇ ਟਾਈਮ 'ਚ ਇਹ ਹੁੰਦਾ ਸੀ ਵੀ ਕੋਈ ਆਊਗਾ ਇਹ ਤੇ ਅਟੈਕ ਕਰੂਗਾ ਤੇ ਮੈਨੂੰ ਦੇ ਜੂਗਾ ਸਾਰਾ ਕੁਝ। ਤਾਂ ਉਹਨੇ ਕਿਹਨੂੰ ਬੁਲਾਇਆ ਆਪਣੇ ਕੋਲੇ? ਉਹਨੇ ਬੁਲਾਇਆ ਆਪਣੇ ਕੋਲੇ ਤੈਮੂਰ ਨੂੰ। ਤੈਮੂਰ ਲੰਗ ਕਹਿੰਦੇ ਨੇ ਜੀ, ਇਹ ਲੰਗੜਾ ਸੀ ਤਾਂ ਕਰਕੇ ਇਹਦਾ ਨਾਮ ਕੀ ਪੈ ਗਿਆ? ਲੰਗ। ਤੁਹਾਨੂੰ ਪਤਾ ਹੋਊਗਾ ਕਰੀਨਾ ਕਪੂਰ ਦੇ ਮੁੰਡੇ ਦੇ ਨਾਮ ਤੇ ਇਹੀ ਰੌਲਾ ਪਿਆ ਵੀ ਇਹਨੂੰ ਤੈਮੂਰ ਕਾਹਤੋਂ ਰੱਖਿਆ। ਤਾਂ ਇਹਨੇ ਤੈਮੂਰ ਨੇ ਭਾਰਤ ਤੇ ਹਮਲਾ ਕੀਤਾ ਕਦੋਂ? 1398 ਦੇ ਵਿੱਚ। ਤਾਂ ਪੇਪਰ 'ਚ ਕੁਐਸਚਨ ਇੱਥੇ ਕੀ ਹੈ? ਲਾਸਟ ਤੁਗਲਕ ਰੂਲਰ ਕੌਣ ਸੀਗਾ ਤੁਗਲਕ ਡਾਇਨੈਸਟੀ ਦਾ? ਤਾਂ ਆਪਣੇ ਕੋਲੇ ਨਾਸਿਰ ਉਦ ਦੀਨ। ਲਗਭਗ 1414 ਤੱਕ ਰਿਹਾ ਤੇ ਸਾਰਾ ਕੁਝ ਖਤਮ ਕਰਕੇ ਗਿਆ ਹੈ, ਮਤਲਬ ਜਿੰਨਾ ਕੁ ਬਣਾਇਆ ਸੀ ਉਹਨਾਂ ਨੇ ਸਭ ਕੁਝ ਖਤਮ ਕਰ ਗਿਆ। ਵੈਨ ਤੈਮੂਰ ਲੰਗ। ਤਾਂ ਤੈਮੂਰ ਨੇ 1398 ਦੇ ਵਿੱਚ ਭਾਰਤ ਤੇ ਕੀ ਕੀਤਾ ਸੀ? ਹਮਲਾ ਕੀਤਾ ਸੀ। ਤੇ ਤੈਮੂਰ ਲੰਗ ਦਾ ਜਨਮ ਹੋਇਆ ਸੀ 9 ਅਪ੍ਰੈਲ ਨੂੰ। ਸਾਲ ਨਹੀਂ ਯਾਦ ਰੱਖਣਾ, ਬਸ ਇਹ ਖਾਸ ਗੱਲ ਹੈ ਯਾਦ ਰੱਖਣੀ ਹੈ ਕਿ ਤੈਮੂਰ ਦਾ ਜਨਮ ਹੋਇਆ ਸੀ 9 ਅਪ੍ਰੈਲ ਨੂੰ। ਇਤਿਹਾਸਕ ਕਹਾਣੀਆਂ ਕਹਿੰਦੀਆਂ ਨੇ ਜੀ, ਠੀਕ ਹੈ। ਤਾਂ 1398 'ਚ ਇਹਨੇ ਭਾਰਤ ਤੇ ਹਮਲਾ ਕੀਤਾ ਤੇ ਕਹਿੰਦੇ ਨੇ ਇਹ ਇੰਨਾ ਖੁੰਖਾਰ ਹੁੰਦਾ ਸੀਗਾ, ਇੰਨਾ ਜ਼ਿਆਦਾ ਖੁੰਖਾਰ ਸੀਗਾ, ਜਿੱਥੋਂ ਲੰਘ ਜਾਂਦਾ ਸੀਗਾ ਤਾਂ ਉੱਥੋਂ ਜ਼ਮੀਨਾਂ ਖਾਲੀ ਕਰਦਾ ਸੀਗਾ, ਮਤਲਬ ਐਡਾ ਖੁੰਖਾਰ ਸੀ। ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਹੁਣ ਜੇ ਮੈਂ ਗੱਲ ਕਰਾਂ ਅੱਜ ਦੇ ਭਾਰਤ ਦੀ, ਠੀਕ ਹੈ, ਇੱਥੋਂ ਆਇਆ ਤਾਂ ਇੰਨਾ ਕੁ ਏਰੀਆ ਕਿਹਨੂੰ ਦਿੱਤਾ? ਖਿਜ਼ਰ ਖਾਨ ਨੂੰ।
ਇੰਨਾ ਕੁ ਏਰੀਆ ਦਿੱਤਾ ਖਿਜ਼ਰ ਖਾਨ ਨੂੰ ਵੀ ਜਾ ਤੂੰ ਰਾਜ ਕਰ, ਤੇ ਹਜੇ ਦਿੱਲੀ ਨੂੰ ਲੁੱਟੀ ਜਾਂਦਾ ਸੀਗਾ। ਇੱਥੇ ਜਿਹੜਾ ਆਹ ਰਾਜ ਸੀਗਾ ਕਿਉਂਕਿ ਬਹੁਤ ਵੱਡਾ ਛੱਡ ਕੇ ਗਿਆ ਸੀ, ਇਹਨੂੰ ਹਜੇ ਲੁੱਟੀ ਜਾ ਰਿਹਾ ਸੀਗਾ, ਤੇ ਲੁੱਟ ਕੇ ਆਂਦਾ ਵਾਪਸ ਚਲਾ ਜਾਂਦਾ, ਆਂਦਾ ਵਾਪਸ ਚਲਾ ਜਾਂਦਾ। ਤੇ 1414 ਦੇ ਵਿੱਚ ਜਦੋਂ ਨਾਸਿਰਉਦੀਨ ਮਰ ਗਿਆ ਤਾਂ ਇਹ ਜਗ੍ਹਾ ਤੇ ਵੀ ਕਿਹਨੇ ਕਬਜ਼ਾ ਕਰ ਲਿਆ? ਖਿਜ਼ਰ ਖਾਨ ਨੇ। ਤੇ ਖਿਜ਼ਰ ਖਾਨ ਨੇ ਆਪਣੀ ਇੱਕ ਨਵੀਂ ਡਾਇਨੈਸਟੀ ਚਲਾਈ, ਕਿਹੜੀ? ਸੈयद ਡਾਇਨੈਸਟੀ। ਕਿਹੜੀ? ਸੈयद ਡਾਇਨੈਸਟੀ। ਇਹਦੇ ਬਾਰੇ ਬਹੁਤ ਜ਼ਿਆਦਾ ਕੁਝ ਪੜ੍ਹਨ ਵਾਲੀ ਲੋੜ ਨਹੀਂ ਹੈਗੀ, ਪਰ ਫਿਰ ਵੀ ਆਪਾਂ ਇੱਕ ਅੱਧੀ ਸਲਾਈਡ ਦੇ ਵਿੱਚ ਇਹਨੂੰ ਸੈयद ਡਾਇਨੈਸਟੀ ਨੂੰ ਕਵਰ ਕਰ ਲਾਂਗੇ ਜੀ, ਠੀਕ ਹੈ, ਇੱਕ ਅੱਧੀ ਸਲਾਈਡ ਦੇ ਵਿੱਚ, ਠੀਕ ਹੈ ਜੀ। ਆ ਜਾਓ, ਵੈਨ ਤੁਗਲਕ ਡਾਇਨੈਸਟੀ ਵਾਜ਼ ਐਂਡਡ, ਤਾਂ ਤੁਗਲਕ ਡਾਇਨੈਸਟੀ 1414 ਦੇ ਵਿੱਚ ਖਤਮ ਹੋ ਗਈ। ਸ਼ੁਰੂ ਕਦੋਂ ਹੋਈ ਸੀ? 1320 ਦੇ ਵਿੱਚ ਹੋਈ ਸੀ, ਠੀਕ ਹੈ ਜੀ। ਹੂ ਸਟਾਰਟਡ ਦ ਸੈयद ਡਾਇਨੈਸਟੀ, ਹੁਣੀ ਮੈਂ ਤੁਹਾਨੂੰ ਕਰਾਇਆ ਸੈयद ਡਾਇਨੈਸਟੀ ਕਿਹਨੇ ਸ਼ੁਰੂ ਕੀਤੀ ਸੀ? ਖਿਜ਼ਰ ਖਾਨ ਨੇ ਸ਼ੁਰੂ ਕੀਤੀ ਸੀ। ਤੇ ਇਹਦਾ ਜੋ ਆਪਣੇ ਕੋਲੇ ਖਿਜ਼ਰ ਖਾਨ ਦਾ ਟਾਈਮ ਪੀਰੀਅਡ ਸੀ, ਸਪੈਸ਼ਲੀ ਜੇ ਮੈਂ ਗੱਲ ਕਰਾਂ ਤਾਂ ਇਹ ਆਪਣੇ ਕੋਲੇ 1414 ਤੋਂ ਲਗਭਗ 1451 ਤੱਕ, ਨਹੀਂ 1414 ਤੋਂ ਲਗਭਗ 1420 ਤੱਕ ਹੈ, ਠੀਕ ਹੈ। ਇੱਕ ਵਾਰ ਚੈੱਕ ਕਰ ਲੈ, ਕਿਤੇ ਨਾ ਕਿਤੇ ਲਿਖਿਆ ਹੋਊਗਾ, ਮੈਨੂੰ ਥੋੜਾ ਜਿਹਾ ਘੱਟ ਯਾਦ ਆ ਰਿਹਾ। ਚਲੋ, ਤਾਂ ਸੈयद ਡਾਇਨੈਸਟੀ ਦਾ ਜੋ ਟਾਈਮ ਪੀਰੀਅਡ ਹੈ, ਇਹਦਾ ਡਾਇਨੈਸਟੀ ਦਾ ਟਾਈਮ ਪੀਰੀਅਡ ਸੀਗਾ ਆਪਣੇ ਕੋਲ 1414 ਤੋਂ 1451। ਇਹਦਾ ਇਹਦੀ ਡਾਇਨੈਸਟੀ ਦਾ ਟਾਈਮ ਪੀਰੀਅਡ ਹੈ ਜੀ, 1414 1451 ਇਹਦੀ ਪੂਰੀ ਦੀ ਪੂਰੀ ਡਾਇਨੈਸਟੀ ਦਾ ਟਾਈਮ ਪੀਰੀਅਡ ਹੈ। ਤੇ ਇਹ ਆਪਣੇ ਕੋਲੇ ਸਭ ਤੋਂ ਵੀਕੈਸਟ ਡਾਇਨੈਸਟੀ ਸੀਗੀ ਜੀ, ਸਭ ਤੋਂ ਵੀਕੈਸਟ ਡਾਇਨੈਸਟੀ ਸੀ। ਵੀਕੈਸਟ ਦਾ ਮਤਲਬ ਦਾ ਸਭ ਤੋਂ ਕਮਜ਼ੋਰ ਡਾਇਨੈਸਟੀ। ਤੇ ਇਹਦੇ ਬਾਰੇ ਪੇਪਰ 'ਚ ਸਿਰਫ ਤੁਹਾਨੂੰ ਇੱਕ ਅੱਧਾ ਕੁਐਸਚਨ ਆਊਗਾ, ਸਭ ਤੋਂ ਵੀਕੈਸਟ ਡਾਇਨੈਸਟੀ ਜਾਂ ਆਪਣੇ ਕੋਲੇ ਖਿਜ਼ਰ ਖਾਨ, ਠੀਕ ਹੈ, KHIZ, ਖਿਜ਼ਰ ਖਾਨ। ਵੀ ਸੈयद ਡਾਇਨੈਸਟੀ ਦੀ ਸ਼ੁਰੂਆਤ ਕਿਹਨੇ ਕੀਤੀ ਸੀ? ਖਿਜ਼ਰ ਖਾਨ ਨੇ ਕੀਤੀ ਸੀ, ਠੀਕ ਹੈ ਜੀ। ਸੈयद ਡਾਇਨੈਸਟੀ ਵਾਜ ਸ਼ੀਆ ਔਰ ਸੁन्नी। ਦੇਖੋ, ਇਹ ਭਾਰਤ ਦੀ ਪਹਿਲੀ ਡਾਇਨੈਸਟੀ ਸੀ ਜਿਹੜੀ ਕੀ ਸੀ? ਸ਼ੀਆ ਸੀ। ਇਹ ਤੋਂ ਬਾਕੀ ਸਾਰੀਆਂ ਕੀ ਸੀਗੀਆਂ? ਸੁन्नी ਡਾਇਨੈਸਟੀ ਸੀਗੀਆਂ। ਤਾਂ ਇਹ ਕਿਹੜੀ ਡਾਇਨੈਸਟੀ ਸੀਗੀ ਜੀ? ਸ਼ੀਆ ਡਾਇਨੈਸਟੀ ਸੀ। ਤੇ ਅੱਗੇ ਕੁਐਸਚਨ ਯਾਦ ਰੱਖਿਓ, ਹੁਣ ਤੁਹਾਨੂੰ ਪਤਾ ਹੈ ਕਿ ਦਿੱਲੀ ਸਲਤਨਤ ਦੇ ਵਿੱਚ ਸਭ ਤੋਂ ਪਹਿਲਾਂ ਸੁਲਤਾਨ ਦਾ ਟਾਈਟਲ ਕਿਸਨੇ ਨਹੀਂ ਲਿਆ? ਕੁਤਬਉਦੀਨ ਐਬਕ ਨੇ। ਐਬਕ ਨੇ ਸੁਲਤਾਨ ਦਾ ਟਾਈਟਲ ਨਹੀਂ ਲਿਆ। ਤੇ ਇੱਥੇ ਵੀ ਜੇ ਮੈਂ ਗੱਲ ਕਰਾਂ, ਇਹਨੇ ਕਿਹਨੇ? ਖਿਜ਼ਰ ਖਾਨ ਨੇ। ਇੱਥੇ ਵੀ ਖਿਜ਼ਰ ਖਾਨ ਨੇ ਸੁਲਤਾਨ ਦਾ ਟਾਈਟਲ ਨਹੀਂ ਲਿਆ। ਖਿਜ਼ਰ ਖਾਨ ਨੇ ਸੁਲਤਾਨ ਦਾ ਟਾਈਟਲ ਨਹੀਂ ਲਿਆ, ਤੇ ਇਹਨੇ ਕਾਹਦਾ ਟਾਈਟਲ ਲਿਆ? ਰਈਅਤ ਏ ਆਲਾ। ਰਈਅਤ ਏ ਆਲਾ ਦਾ ਟਾਈਟਲ ਲਿਆ। ਜਿਵੇਂ ਉਹਨੇ ਆਪਣੇ ਕੋਲੇ ਜਿਹੜਾ ਕੁਤਬਉਦੀਨ ਐਬਕ ਸੀ ਉਹਨੇ ਟਾਈਟਲ ਲਿਆ ਸੀ ਨਾ ਸਿਪਾ ਸਲਾਰ ਦਾ, ਤਾਂ ਇਹਨੇ ਕਾਹਦਾ ਟਾਈਟਲ ਲਿਆ ਜੀ? ਰਈਅਤ ਏ ਆਲਾ। ਵੀ ਮੈਂ ਤੇਰੇ ਰਹਿਮੋ ਕਰਮ ਤੇ ਪਲਦਾ। ਕਿਹਨੂੰ ਕਹਿ ਰਿਹਾ ਸੀ? ਤੈਮੂਰ ਲੰਗ ਨੂੰ ਕਹਿ ਰਿਹਾ ਸੀ। ਯਾਹਿਆ ਬਿਨ ਅਹਿਮਦ ਸਰਹਿੰਦੀ ਵਾਜ਼ ਦਾ ਰਾਈਟਰ ਆਫ ਵਿਚ ਬੁੱਕ। ਤਾਂ ਬਹੁਤ ਇੰਪੋਰਟੈਂਟ ਹੈ, ਇਹਨੇ ਇੱਕ ਕਿਤਾਬ ਲਿਖੀ ਸੀ, ਤਹਿਰੀਕ ਏ ਮੁਬਾਰਕ ਸ਼ਾਹੀ। ਤਹਿਰੀਕ ਏ ਮੁਬਾਰਕ ਸ਼ਾਹੀ, ਠੀਕ ਹੈ। ਤੇ ਮੁਬਾਰਕ ਸ਼ਾਹ ਕੌਣ ਸੀਗਾ? ਮੁਬਾਰਕ ਸ਼ਾਹ ਉਹ ਸੀਗਾ ਜੋ ਇਹਦੀ ਜਿੰਨੀ ਕੁ ਡਾਇਨੈਸਟੀ ਸੀ ਇਹਦਾ ਇੱਕ ਕਾਮਯਾਬ ਰਾਜਾ ਜਾਂ ਗ੍ਰੇਟ ਰਾਜਾ। ਜਿੰਨੀ ਕਿ ਇਹ ਡਾਇਨੈਸਟੀ ਸੀ ਉਹਨੇ ਕੁ ਦਾ ਇੱਕ ਗ੍ਰੇਟ ਕਿੰਗ ਸੀਗਾ ਜੀ ਮੁਬਾਰਕ ਸ਼ਾਹ, ਠੀਕ ਹੈ। ਇਹ ਤੋਂ ਬਾਅਦ ਆਊਗਾ ਜਦੋਂ ਆਪਣੇ ਕੋਲੇ ਇਹ ਮਰ ਜੂਗਾ, ਆਪਣੇ ਕੀ ਨਾਮ ਇਹਦਾ, ਖਿਜ਼ਰ ਖਾਨ ਮਰ ਜੂਗਾ, ਤਾਂ ਉਹ ਤੋਂ ਬਾਅਦ ਆਪਣੇ ਕੋਲੇ ਕੌਣ ਆਊਗਾ? ਮੁਬਾਰਕ ਸ਼ਾਹ ਆਊਗਾ। ਇਹਦੇ ਉੱਤੇ ਹੀ ਕਿਤਾਬ ਲਿਖੀ ਸੀ, ਤਹਿਰੀਕ ਏ ਮੁਬਾਰਕ ਸ਼ਾਹੀ। ਬਹੁਤ ਸਾਰੇ ਰਾਜਿਆਂ ਦਾ ਜ਼ਿਕਰ ਸੀਗਾ, ਪਰ ਨਾਮ ਇਹਦਾ ਕੀ ਹੈ? ਤਹਿਰੀਕ ਏ ਮੁਬਾਰਕ ਸ਼ਾਹੀ। ਯਾਹਿਆ ਬਿਨ ਅਹਿਮਦ ਸਰਹਿੰਦੀ ਨੇ ਇਹ ਲਿਖੀ ਸੀ, ਇਹਨੂੰ ਯਾਦ ਰੱਖਣਾ ਹੈ। ਫਸਟ ਅਫਗਾਨ ਡਾਇਨੈਸਟੀ। ਹੁਣ ਦੇਖੋ ਬਈ ਕੀ ਹੋਇਆ, ਜੇ ਮੈਂ ਗੱਲ ਕਰਾਂ ਡਾਇਨੈਸਟੀ ਉਹਦੇ ਬਾਰੇ ਕੁਝ ਨਹੀਂ ਯਾਦ ਰੱਖਣਾ, ਉਹਦੇ ਵਿੱਚ ਇੰਪੋਰਟੈਂਟ ਸਿਰਫ ਕੀ ਸੀਗਾ? ਮੁਬਾਰਕ ਸ਼ਾਹ। ਮੁਬਾਰਕ ਸ਼ਾਹ, ਠੀਕ ਹੈ। ਮੁਬਾਰਕ ਸ਼ਾਹ ਸੀਗਾ ਜਿਹਨੇ ਕਿਹੜਾ ਸ਼ਹਿਰ ਵਸਾਇਆ ਸੀ? ਮੁਬਾਰਕਾਬਾਦ। ਜਿਹਨੇ ਕਿਹੜਾ ਸ਼ਹਿਰ ਵਸਾਇਆ ਸੀ? ਮੁਬਾਰਕਾਬਾਦ। ਜਿਹਨੇ ਕਿਹੜਾ ਸ਼ਹਿਰ ਵਸਾਇਆ ਸੀ? ਮੁਬਾਰਕਾਬਾਦ। ਉਹ ਤੋਂ ਬਾਅਦ ਇੱਕ ਦੋ ਰਾਜੇ ਆਏ, ਉਹਦੇ ਕੰਮ ਆਪਾਂ ਨੂੰ ਕੁਝ ਵੀ ਨਹੀਂ ਰੱਖਣਾ, ਸਿਰਫ ਇਹ ਯਾਦ ਰੱਖਣਾ ਕਿ ਜਿਹੜੀ ਸੈयद ਡਾਇਨੈਸਟੀ ਸੀਗੀ 1414 ਤੋਂ ਲੈ ਕੇ 1451 ਤੱਕ ਰਹੀ। ਹੋਰ ਉਹਦੇ ਵਿੱਚ ਕੁਝ ਵੀ ਯਾਦ ਕਰਨ ਯੋਗ ਗੱਲਾਂ ਨਹੀਂ ਹੈਗੀਆਂ। ਤੇ ਉਹ ਇੱਕ ਕਿਤਾਬ ਸੀ, ਉਹ ਮੈਂ ਤੁਹਾਨੂੰ ਕਰਵਾਤੀ। ਹੁਣ ਆਉਂਦੇ ਹਾਂ ਲੋਧੀ ਡਾਇਨੈਸਟੀ ਦੇ ਉੱਤੇ, ਠੀਕ ਹੈ ਜੀ। ਕਿਹੜੀ ਡਾਇਨੈਸਟੀ ਤੇ? ਲੋਧੀ। ਇੰਪੋਰਟੈਂਟ, ਪਹਿਲੀ ਅਫਗਾਨ ਡਾਇਨੈਸਟੀ ਭਾਰਤ ਦੇ ਵਿੱਚ ਕਿਹੜੀ ਰਾਜ ਕੀਤਾ? ਲੋਧੀ ਡਾਇਨੈਸਟੀ ਨੇ। ਲੋਧੀ ਡਾਇਨੈਸਟੀ ਭਾਰਤ ਦੀ ਪਹਿਲੀ ਅਫਗਾਨ ਡਾਇਨੈਸਟੀ ਸੀ। ਜੇ ਬਾਈ ਚਾਂਸ ਇੱਥੇ ਆ ਜਾਏ ਨਾ ਦੂਜੀ ਅਫਗਾਨ ਡਾਇਨੈਸਟੀ ਕਿਹੜੀ ਸੀ, ਤਾਂ ਉਹ ਆਪਣੇ ਕੋਲੇ ਸੀ ਸੂਰ ਡਾਇਨੈਸਟੀ। ਅੱਗੇ ਜਾ ਕੇ ਆਊਗੀ। ਪਹਿਲੀ ਅਫਗਾਨ ਡਾਇਨੈਸਟੀ ਕਿਹੜੀ ਸੀ? ਲੋਧੀ ਡਾਇਨੈਸਟੀ। ਦੂਜੀ ਅਫਗਾਨ ਡਾਇਨੈਸਟੀ ਹੋਊਗੀ ਸੂਰ ਡਾਇਨੈਸਟੀ ਹੋਊਗੀ। ਲੋਧੀ ਡਾਇਨੈਸਟੀ ਦਾ ਟਾਈਮ ਪੀਰੀਅਡ ਰਿਹਾ ਸੀ 1451 ਤੋਂ ਲੈ ਕੇ 1526 ਤੱਕ, ਠੀਕ ਹੈ। ਲੋਧੀ ਡਾਇਨੈਸਟੀਆਂ ਨੇ 1451 ਤੋਂ 1526 ਤੱਕ ਕੀ ਕੀਤਾ? ਰਾਜ ਕੀਤਾ, ਠੀਕ ਹੈ ਜੀ। ਬਹਿਲੋਲੀ ਕੁਆइन। ਹੁਣ ਦੇਖੋ, ਜੇ ਮੈਂ ਲੋਧੀ ਡਾਇਨੈਸਟੀ ਦੀ ਗੱਲ ਕਰਾਂ ਰਾਜੇ, ਲੋਧੀ ਡਾਇਨੈਸਟੀ ਦੀ ਆਪਣੇ ਕੋਲ ਜੇ ਮੈਂ ਗੱਲ ਕਰਾਂ
शुरुआत किसने की सी? तो ਇਹਦਾ पहला राजा सी बहलोल खान लोधी। कौन सीगा? बहलोल खान लोधी। ਇਹਦਾ पहला राजा कौन सी? बहलोल खान लोधी सीगा जी। ठीक है। जे मैं ਇਹਦੀ ਗੱਲ ਕਰਾਂ बहलोल खान लोधी ਦੀ, ਇਹਨੇ ਆਪਣੇ ਕੋਲੇ ਲੌਂਗੈਸਟ ਟਾਈਮ ਤੱਕ ਰਾਜ ਕੀਤਾ। ਇੰਪੋਰਟੈਂਟ, पूरी दी पूरी दिल्ली सल्तनत ਦੇ ਵਿੱਚ ਸਭ ਤੋਂ ਜ਼ਿਆਦਾ ਸਮੇਂ ਤੱਕ ਜੇ ਕਿਸੇ ਨੇ ਰਾਜ ਕੀਤਾ ਹੈ ਤਾਂ ਉਹ ਕਿਹਨੇ ਰਾਜ ਕੀਤਾ ਹੈ? बहलोल खान लोधी ने। ਲਗਭਗ 1451 ਤੋਂ ਲੈ ਕੇ 1499 ਤੱਕ ਇਹਨੇ ਕੀ ਕੀਤਾ ਹੈ? ਰਾਜ ਕੀਤਾ। ਲਗਭਗ 1451 ਤੋਂ ਲੈ ਕੇ 1499 ਤੱਕ। ਯਾਦ ਰੱਖਿਓ, ਪੂਰੀ ਦੀ ਪੂਰੀ ਦਿੱਲੀ ਸਲਤਨਤ, ਜਿੱਥੋਂ ਆਪਾਂ ਸਲੇਵ ਡਾਇਨੈਸਟੀ, ਖਿਲਜੀ, ਤੁਗਲਕ ਸਭ ਪੜ੍ਹ ਰਹੇ ਹਾਂ, ਸਭ ਤੋਂ ਜ਼ਿਆਦਾ ਸਮੇਂ ਤੱਕ ਇਹਨੇ ਹੀ ਰਾਜ ਕੀਤਾ। ਤੇ ਇਹਨੇ ਹੀ ਆਪਣੇ ਕੋਲੇ ਕਿਹੜੇ ਕੁਆਇਨ ਚਲਾਏ ਸੀ? ਬਹਿਲੋਲੀ ਕੁਆਇਨ ਚਲਾਏ ਸੀ। ਤੇ ਇਹਨੂੰ ਹੀ ਕਾਹਦਾ ਟਾਈਟਲ ਮਿਲਿਆ ਸੀ? ਖਾਨ ਏ ਖਾਨਾ। ਇਹਨੂੰ ਹੀ ਟਾਈਟਲ ਮਿਲਿਆ ਸੀ ਕਾਹਦਾ? ਖਾਨ ਏ ਖਾਨਾ ਦਾ ਟਾਈਟਲ ਮਿਲਿਆ ਸੀ। ਠੀਕ ਹੈ ਜੀ, ਅੱਗੇ ਆ ਜਾਓ। ਹੂ ਵਾਜ਼ ਅਪੋਇੰਟਡ ਦਾ ਗਵਰਨਰ ਆਫ ਪੰਜਾਬ ਬਾਏ ਦਾ बहलोल खान लोधी। तो बहलोल खान लोधी का जो अपने दिल्ली ते राज हो गया तो इन्हें पंजाब का गवर्नर लगाया किनू? तातार खान नू। किनू लगाया जी? तातार खान नू पंजाब का गवर्नर लगाया। पर इन्हें की करता? रिवोल्ट करता। इन्हें की करता? विद्रोह करता। तो ये रिवोल्ट नू दबाउण दे लई इन्हें अपना मुंडा भेजा। इन्हें अपना की भेजा? मुंडा, जिहदा नाम की सी? सिकंदर लोधी। जिहड़ा अपने कोले इस डायनेस्टी का मतलब की है, लोधी डायनेस्टी का सब तो की सी? कामयाब राजा या ग्रेट राजा। लोधी डायनेस्टी का इकलौता वधिया राजा सीगा कौन? सिकंदर लोधी। तो इन्हें ये विद्रोह नू की करता? दबाता। इन्हें ये विद्रोह नू की करता? दबाता। तो ये मुंडे, ਇਹਦਾ मुंडा कौन सी? दौलत खान लोधी। किहदा मुंडा सी? तातार खान का मुंडा सी दौलत खान लोधी। ਇਹਨੂੰ की करता? उत्थे दा नवां गवर्नर नियुक्त करता। ਇਹਨੂੰ उत्थे दा की करता? नवां गवर्नर नियुक्त करता। ठीक है। बहलोल खान लोधी के टाइम पीरियड के तातार खान लगाया गया पंजाब का गवर्नर। पर उन्हें की करता? विद्रोह करता। जिस तो बाद बहलोल खान लोधी ने अपना मुंडा, जिसका नाम से सिकंदर लोधी, उन्होंने भेजा। उन्हें तातार खान नू हराया। पर ओदे ही मुंडे दौलत खान लोधी नू की लाता? गवर्नर लाता पंजाब का। ठीक है जी, ये गल तुसीं याद रखनी है। ठीक है। रियल नेम ऑफ निज़ाम खान वाज विच सुल्तान। तो इंपॉर्टेंट है, निज़ाम खान किहदा नाम से अपने कोले? सिकंदर लोधी का। निज़ाम खान किहदा नाम से? सिकंदर लोधी का। तो सिकंदर लोधी गद्दी ते कदों आया? बहलोल खान लोधी के मरण तो बाद। ऑब्वियस जी गल है 1489 तो लैके 1517 तक। 1489 तो लैके 1517 तक गद्दी ते कौन रहा? निज़ाम खान या सिकंदर लोधी। ते सिकंदर लोधी का ही पेन नेम। रजे पेन नेम का मतलब की होंदा है? ये पोइट्री वगैरह करता सी। तो ये पोइट्री किस नाम तो करता सी? गुलरुखी के नाम तो। किस नाम तो करता सी? तो गुलरुखी के नाम तो ये पोइट्री करया करता सी। ते इन्हें ही एक शहर बसाया सी, किहड़ा? आगरा। इन्हें ही बहुत इंपॉर्टेंट, आगरा शहर किने बसाया सी? तो सिकंदर लोधी ने बसाया सी। ते आगरे नू ही अपनी की बना लिया सी? इन्हें कैपिटल बना लिया सी। ते आगरे नू ही अपनी की बना लिया सीगा? राजधानी बना लिया सी। तो जो अगे जाके आपां जिहड़े भी पढ़ांगे अपने कोले मुगल पढ़ांगे, वो आगरे नू ही अपनी बहुत टाइम तक कैपिटल बनाउणगे। थले कमेंट करके दस्सिओ कि आगरे नू दिल्ली कैपिटल किने शिफ्ट किया मुगलों के विचों, जे किसी नू पता है। आगरे नू दिल्ली किसने शिफ्ट किया मुगलों के विच, जे किसी नू पता। द मेजरमेंट यूनिट बहुत इंपॉर्टेंट है। सिकंदर लोधी ने एक मेजरमेंट यूनिट भी चलाई सी, जिवें आपां पढ़दे ना फुट, मीटर, किलोमीटर। इन्हें गज ए सिकंदरी चलाई सी। याद रखियो, इन्हें गज ए सिकंदरी चलाई सी मेजरमेंट यूनिट। बहुत इंपॉर्टेंट है, गज ए सिकंदरी इन्हें मेजरमेंट यूनिट चलाई सी। इन्हू ही अगे जाके वो भी यूज़ करूगा कौन? जिहड़ा अपने कोले आऊगा शेरशाह सूरी। इन 1506 सिकंदर लोधी मेड हिज कैपिटल। बहुत इंपॉर्टेंट, 1506 दे विच लगभग 1503 या 4 दे विच उहने की बसाया सीगा? शहर बसाया सी, किहड़ा? आगरा। ठीक है। तो 1504 दे विचों 6 दे विचों की कर गया? अपनी कैपिटल बना गया। किनू? आगरे नू। किनू? आगरे नू। इंपॉर्टेंट क्वेश्चन है। वेयर इज लोधी गार्डन फर्स्ट टाइम डबल डोम। बहुत इंपॉर्टेंट है। लोधी गार्डन कित्थे है? तो लोधी गार्डन कित्थे है जी? दिल्ली दे विच है। जे किसी नू पता है तो थले कमेंट करके दस्सिओ भी इत्थे किहदी कबर है, इत्थे किहदी कबर है। तो लोधिया ने ही की बसाया? लुधियाना। तुहानू पता होगा कि लोधिया ने ही की बसाया? पंजाब दा लुधियाना बसाया है। तो पहली बारी डबल डोम। डबल डोम का मतलब जिवें आ हुंदी है ना, आ डबल डोम, एक टाइप ऑफ डबल डोम किहदे विच बनी है? लोधी गार्डन दे विच जो टॉम्ब है उत्थे बनी है। थले कमेंट करके मैनूं दस्सिओ कि लोधी गार्डन दे विच किहड़े-किहड़े दी टॉम्ब मकबरा है। ही ट्रांसलेट डैश बुक टू पर्शियन नेम फरहंग आई सिकंदरी। हुणी मैं तुहानूं की दस्सिआ, यह एक राइटर सीगा, किस नाम तो लिखदा सी? गुलरुखी नाम तो लिखदा सी। ते इहने एक किताब ट्रांसलेट की सी फारसी भाषा दे विच, जिहदा नाम सी
ਫਰੰਗ ਏ ਸਿਕੰਦਰੀ, ਤਾਂ ਉਹ ਕਾਹਦੀ ਕਿਤਾਬ ਸੀ? ਤਾਂ ਉਹ ਆਯੁਰਵੇਦਾ ਦੀ ਕਿਤਾਬ ਸੀ। ਇੰਪੋਰਟੈਂਟ, ਉਹ ਕਿਹੜੀ ਚੀਜ਼ ਦੀ ਕਿਤਾਬ ਸੀ? ਤਾਂ ਆਯੁਰਵੇਦਾ ਦੀ ਕਿਤਾਬ ਸੀ, ਜਿਹਨੂੰ ਇਹਨੇ ਕਨਵਰਟ ਕਰਕੇ ਪਰਸ਼ੀਅਨ ਨਾਮ ਦਿੱਤਾ ਸੀ ਫਰਹੰਗ ਆਈ ਸਿਕੰਦਰੀ। ਇਹਨੂੰ ਤੁਸੀਂ ਨਾਮ ਯਾਦ ਰੱਖਣੇ ਨੇ ਬਈ, ਕਿਉਂਕਿ ਇਹ ਦੋ ਡਾਇਨੈਸਟੀਆਂ ਤੋਂ ਬਹੁਤ ਘੱਟ ਕੁਐਸਚਨ ਆਉਂਦੇ ਨੇ, ਪਰ ਜਿਹੜੇ ਆਉਂਦੇ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ। ਮੌਤ ਕੀ ਮਸਜਿਦ ਮੇਡ ਬਾਏ, ਇਹ ਵੀ ਆਪਣੇ ਕੋਲੇ ਜਿਹੜੀ ਮੌਤ ਕੀ ਮਸਜਿਦ ਸੀ ਇਹ ਦਿੱਲੀ ਦੇ ਵਿੱਚ ਹੈ ਜੀ। ਕਿੱਥੇ ਹੈ ਇਹ? ਦਿੱਲੀ ਦੇ ਵਿੱਚ ਹੈ। ਤੇ ਇਹ ਵੀ ਕਿਹਨਾਂ ਨੇ ਬਣਾਈ ਸੀ? ਲੋਧੀਆਂ ਨੇ ਹੀ ਬਣਾਈ ਸੀ। ਤੇ ਲੋਧੀਆਂ ਦੇ ਵਿੱਚੋਂ ਵੀ ਜੇ ਮੈਂ ਗੱਲ ਕਰਾਂ ਤਾਂ ਸਿਕੰਦਰ ਲੋਧੀ ਨੇ ਇਹਦੇ ਵਿੱਚ ਮੇਨ ਰੋਲ ਅਦਾ ਕੀਤਾ ਸੀ। ਕਿਹਨੇ ਜੀ? ਸਿਕੰਦਰ ਲੋਧੀ ਨੇ। ਠੀਕ ਹੈ, ਬਸ ਇਹੀ ਸੀਗਾ ਜਿਹੜਾ ਇਹਨਾਂ ਦੇ ਵਿੱਚ ਵਧੀਆ ਕੰਮ ਕਰ ਗਿਆ, ਹੋਰ ਕਿਸੇ ਨੇ ਕੋਈ ਖਾਸ ਕੰਮ ਨਹੀਂ ਕੀਤਾ। ਤਾਂ ਸਿਕੰਦਰ ਲੋਧੀ ਤੋਂ ਬਾਅਦ ਕੌਣ ਆ ਗਿਆ? ਇੱਥੇ ਧਿਆਨ ਰੱਖਿਓ, ਸਿਕੰਦਰ ਲੋਧੀ ਕਦੋਂ ਮਰ ਗਿਆ? 1517 ਦੇ ਵਿੱਚ। 1517 ਦੇ ਵਿੱਚ ਮਰ ਗਿਆ। ਇੱਥੇ ਲਿਖ ਲਓ ਵੀ 1517। ਇਹ ਤੋਂ ਬਾਅਦ ਇਹਦਾ ਮੁੰਡਾ ਆਇਆ ਜਿਹਦਾ ਨਾਮ ਸੀ ਇਬਰਾਹਿਮ ਲੋਧੀ। ਪਤਾ ਨਹੀਂ ਕਿਹੜੇ ਬੰਦੇ ਨੇ ਕਿਹਾ ਕਿ ਜਿਹੜੀ ਇੱਕ ਕਮਜ਼ੋਰ ਬੰਦਾ ਹੁੰਦਾ ਉਹ ਇੱਕ ਮਜ਼ਬੂਤ ਬੰਦਾ ਪੈਦਾ ਕਰਦਾ, ਤੇ ਉਹ ਮਜ਼ਬੂਤ ਬੰਦੇ ਦੇ ਜਿਹੜਾ ਕਿ ਜਵਾਕ ਹੁੰਦੇ ਨੇ ਉਹ ਅੱਗੇ ਜਾ ਕੇ ਕਮਜ਼ੋਰ ਹੋ ਜਾਂਦੇ ਨੇ। ਠੀਕ ਹੈ, ਇੱਕ ਬੰਦਾ ਜਦੋਂ ਇੱਥੋਂ ਉੱਠਦਾ ਨਾ, ਇੱਥੋਂ ਉੱਠਦਾ, ਉੱਡਦਾ 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 ਆਪਣੇ ਆਪ ਨੂੰ ਪੀਕ ਤੇ ਲੈ ਜਾਂਦਾ, ਤੇ ਉਹ ਤੋਂ ਬਾਅਦ ਕੁਛ ਟਾਈਮ ਉੱਥੇ ਹੀ ਰਹਿੰਦਾ, ਤੇ ਉਹ ਤੋਂ ਆਉਣ ਵਾਲੀਆਂ ਨਸਲਾਂ ਉਹਨੂੰ ਫੇਰ ਉੱਥੇ ਲੈ ਕੇ ਆ ਜਾਂਦੀਆਂ ਨੇ। ਉਹੀ ਗੱਲ ਹੋਈ, ਬਹਿਲੋਲ ਖਾਨ ਲੋਧੀ ਲੈ ਕੇ ਆਇਆ, ਸਿਕੰਦਰ ਲੋਧੀ ਹੋਰ ਉੱਪਰ ਲੈ ਗਿਆ, ਕੁਛ ਟਾਈਮ ਰਿਹਾ, ਪਰ ਉਹ ਤੋਂ ਬਾਅਦ ਜਿਹੜਾ ਇਬਰਾਹਿਮ ਲੋਧੀ ਸੀ ਉਹਨੇ ਸਾਰਾ ਕੁਝ ਕੀ ਕਰਤਾ? ਡਾਊਨ ਕਰਤਾ। ਇਹ ਸਭ ਤੋਂ ਵੀਕ ਰਾਜਾ ਸੀਗਾ ਜੀ, ਸਭ ਤੋਂ ਵੀਕ ਕਿੰਗ ਸੀਗਾ ਆਪਣੇ ਕੋਲ। ਕਾਹਦਾ? ਲੋਧੀ ਡਾਇਨੈਸਟੀ ਦਾ। ਲੋਧੀ ਡਾਇਨੈਸਟੀ ਦਾ ਬਹੁਤ ਜ਼ਿਆਦਾ ਵੀਕ ਕਿੰਗ ਸੀਗਾ, ਇਹਨੇ ਕੋਈ ਵੀ ਖਾਸ ਕੰਮ ਨਹੀਂ ਕੀਤੇ। ਇਬਰਾਹਿਮ ਲੋਧੀ ਬਸ 1517 ਦੇ ਵਿੱਚ ਆਇਆ, ਤੇ ਆਪਣੇ ਕੋਲੇ ਇਹਦੇ ਨਾਲ ਇੱਕ ਬੈਟਲ ਹੋਈ ਸੀ। ਕਿਹੜੀ? ਇੰਪੋਰਟੈਂਟ, ਬਸ ਇਹਦੇ ਬਾਰੇ ਆਪਾਂ ਇਹੀ ਪੜ੍ਹਦੇ ਹਾਂ, ਬੈਟਲ ਆਫ ਪਾਨੀਪਤ। ਫਸਟ ਬੈਟਲ ਆਫ ਪਾਨੀਪਤ 1526 ਈਸਵੀ ਦੇ ਵਿੱਚ ਹੋਈ ਸੀ। ਇੱਕ ਪਾਸੇ ਕੌਣ ਸੀਗਾ ਰਾਜੇ? ਬਾਬਰ ਸੀਗਾ, ਦੂਜੇ ਪਾਸੇ ਕੌਣ ਸੀ? ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਹਾਰ ਗਿਆ ਤੇ ਬਾਬਰ ਜਿੱਤ ਗਿਆ। ਠੀਕ ਹੈ, ਇਸ ਜੰਗ ਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਵਿਸਥਾਰਪੂਰਵਕ ਚਰਚਾ ਕਰਾਂਗੇ ਵੀ ਕੀ ਹੋਇਆ ਸੀ। ਬਸ ਇੱਥੇ ਤੁਹਾਨੂੰ ਯਾਦ ਰੱਖਣਾ ਹੈ ਕਿ ਲਾਸਟ ਰੂਲਰ ਕੌਣ ਸੀਗਾ ਦਿੱਲੀ ਸਲਤਨਤ ਦਾ? ਤਾਂ ਕੌਣ ਸੀਗਾ? ਇਬਰਾਹਿਮ ਲੋਧੀ ਲਾਸਟ ਰੂਲਰ ਸੀਗਾ। ਸਿਕੰਦਰ ਲੋਧੀ ਤੋਂ ਬਾਅਦ ਆਇਆ, 1517 ਤੋਂ ਲੈ ਕੇ 1526 ਤੱਕ ਰਿਹਾ, ਤੇ 26 ਦੇ ਵਿੱਚ ਜਿਹੜੀ ਆਪਣੇ ਕੋਲੇ ਫਸਟ ਬੈਟਲ ਆਫ ਪਾਨੀਪਤ ਹੋਈ, ਬਾਬਰ ਅਤੇ ਬਾਬਰ ਤੁਹਾਨੂੰ ਆਪਾਂ ਅੱਗੇ ਜਾ ਕੇ ਪੜਾਵਾਂਗੇ, ਤੇ ਇਬਰਾਹਿਮ ਲੋਧੀ ਦੇ ਵਿਚਕਾਰ। ਇਹਦੇ ਵਿੱਚ ਬਾਬਰ ਜਿੱਤ ਗਿਆ ਤੇ ਇਬਰਾਹਿਮ ਲੋਧੀ ਮਾਰਿਆ ਗਿਆ। ਇਹ ਆਪਣੇ ਕੋਲੇ ਫਸਟ ਐਂਡ ਲਾਸਟ ਰੂਲਰ ਸੀਗਾ ਜੀ, ਇਹ ਵੀ ਯਾਦ ਰੱਖਿਓ, ਇਹ ਵੀ ਆਂਦਾ, ਇਹ ਫਸਟ ਐਂਡ ਲਾਸਟ ਰੂਲਰ ਸੀਗਾ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਮਰਿਆ, ਜਿਹੜਾ ਇਨ ਦ ਬੈਟਲ ਫੀਲਡ ਮਰਿਆ। ਵੀ ਇਹ ਤੋਂ ਪਹਿਲਾਂ ਅਤੇ ਬਾਅਦ 'ਚ ਜਿਹੜੇ ਵੀ ਮੈਂ ਤੁਹਾਨੂੰ ਪੜ੍ਹਾਏ ਨੇ, ਕੋਈ ਵੀ ਬੈਟਲ ਫੀਲਡ ਦੇ ਵਿੱਚ ਨਹੀਂ ਮਰਿਆ। ਇਹ ਪਹਿਲਾ ਅਤੇ ਆਖਰੀ ਰਾਜਾ ਸੀਗਾ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹੋਏ ਮਰਿਆ ਸੀ 1526 ਦੇ ਵਿੱਚ। ਅੱਗੇ ਆ ਜਾਓ, ਬੈਟਲ ਆਫ ਖਤੌਲੀ 1517-18 ਐਂਡ ਬੈਟਲ ਆਫ ਢੋਲਪੁਰਾ 1519। ਇਹ ਯਾਦ ਰੱਖਿਓ ਬਈ, ਜਿਹੜੀ 1517-18 ਦੇ ਵਿੱਚ ਬੈਟਲ ਆਫ ਖਤੌਲੀ ਹੋਈ ਹੈ, ਤੇ ਬੈਟਲ ਆਫ ਢੋਲਪੁਰ 1519 ਚ ਹੋਈ ਹੈ। ਇਹ ਕਿਹਦੇ ਵਿੱਚ ਹੋਈ ਸੀ? ਰਾਣਾ ਸਾਂਗਾ ਵਰਸਿਸ ਆਹੀ ਆਪਣੇ ਕੋਲੇ ਇਬਰਾਹਿਮ। ਹੁਣ ਵਧੀਆ ਰਾਜਾ ਤਾਂ ਇਹ ਹੈ ਹੀ ਨਹੀਂ ਸੀਗਾ, ਤਾਂ ਇਹ ਵੀ ਹਾਰ ਗਿਆ। ਠੀਕ ਹੈ, ਇਹ ਕਿੱਥੋਂ ਦਾ ਰਾਜਾ ਸੀਗਾ? ਮੇਵਾੜ ਦਾ। ਮੇਵਾੜ ਦਾ ਰਾਜਾ ਸੀ। ਤੁਸੀਂ ਅੱਗੇ ਜਾ ਕੇ ਉਹ ਪੜ੍ਹਦੇ ਹੋ, ਬੈਟਲ ਆਫ ਹਲਦੀ ਘਾਟੀ 1576 ਦੇ ਵਿੱਚ ਅਕਬਰ ਅਤੇ ਮਹਾਰਾਣਾ ਪ੍ਰਤਾਪ। ਮਹਾਰਾਣਾ ਪ੍ਰਤਾਪ ਇਹਦਾ ਹੀ ਕੀ ਸੀਗਾ? ਪੋਤਾ ਸੀਗਾ ਜੀ। ਠੀਕ ਹੈ, ਤਾਂ ਇਧਰੋਂ ਇਬਰਾਹਿਮ ਲੋਧੀ ਹਾਰ ਜਾਂਦਾ, ਦੋਨੇ ਬੈਟਲ ਇਬਰਾਹਿਮ ਲੋਧੀ ਹਾਰ ਜਾਂਦਾ, ਅਤੇ ਰਾਣਾ ਸਾਂਗਾ ਮੇਵਾੜ ਦਾ ਰਾਜਾ ਜੋ ਹੈ ਉਹ ਜਿੱਤ ਜਾਂਦਾ। ਤਾਂ ਕਰਕੇ ਕੁੱਲ ਮਿਲਾ ਕੇ ਆਪਣੇ ਰਾਜਕਾਜ ਨੂੰ ਕੀ ਕਰਦਾ? ਇੱਕ ਡਾਊਨਫਾਲ ਤੇ ਲੈ ਕੇ ਛੱਡ ਦਿੰਦਾ ਹੈ, ਤੇ ਬਾਬਰ ਕੀ ਕਰ ਲੈਂਦਾ? ਕੈਪਚਰ ਕਰ ਲੈਂਦਾ ਹੈ। ਠੀਕ ਹੈ ਜੀ, ਤੇ ਬਾਬਰ ਨੂੰ ਬੁਲਾਇਆ ਕਿਹਨੇ ਸੀਗਾ? ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ ਵੀ ਕੀ ਹੋਇਆ ਸੀ ਦੌਲਤ ਖਾਨ ਲੋਧੀ ਦੇ ਨਾਲ। ਹੂ ਐਂਡਡ ਦ ਦਿੱਲੀ ਸਲਤਨਤ, ਤਾਂ ਦਿੱਲੀ ਸਲਤਨਤ ਨੂੰ ਕਿਸ ਨੇ ਐਂਡ ਕੀਤਾ? ਬਾਬਰ ਨੇ। ਬਾਬਰ ਦੇ ਅਟੈਕ ਨੇ ਦਿੱਲੀ ਸਲਤਨਤ ਦਾ ਕੀ ਕੀਤਾ? ਖਾਤਮਾ ਕੀਤਾ। ਬਾਬਰ ਦੇ ਅਟੈਕ ਨੇ ਦਿੱਲੀ ਸਲਤਨਤ ਦਾ ਕੀ ਕਰਤਾ? ਖਾਤਮਾ ਕਰ ਦਿੱਤਾ। ਕਦੋਂ? 1526 ਦੇ ਵਿੱਚ। ਕਿਹੜੀ ਬੈਟਲ ਦੇ ਨਾਲ? ਪਾਨੀਪਤ ਦੀ ਜੰਗ ਦੇ ਨਾਲ, ਫਸਟ ਬੈਟਲ ਆਫ ਪਾਨੀਪਤ ਦੇ ਨਾਲ। ਠੀਕ ਹੈ ਜੀ, ਇੱਕ ਕੁਐਸਚਨ ਰਹਿ ਗਿਆ, ਤੁਸੀਂ ਥੱਲੇ ਕਮੈਂਟ ਕਰਕੇ ਦੱਸਿਓ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਦੋਂ ਭਾਰਤ ਦੇ ਵਿੱਚ ਹੋਇਆ ਤਾਂ ਉਸ ਟਾਈਮ ਦਿੱਲੀ ਉੱਤੇ ਰਾਜ ਕਿਹਦਾ ਸੀਗਾ? ਥੱਲੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ। ਸੋ ਇਹ ਸੀ ਆਪਣੇ ਕੋਲੇ ਇੱਕ ਮੇਜਰ ਪਾਰਟ ਜਿਹਨੂੰ ਆਪਾਂ ਦਿੱਲੀ ਸਲਤਨਤ ਕਹਿੰਦੇ ਆ, ਖਤਮ। ਹੁਣ ਆਪਾਂ ਲੈ ਕੇ ਆਵਾਂਗੇ ਮੁਗਲ ਪੀਰੀਅਡ ਜਾਂ ਮੁਗਲ ਐਮਪਾਇਰ। ਕਿਵੇਂ ਆਪਣੇ ਕੋਲੇ ਬਾਬਰ, ਹੁਮਾਯੂੰ, ਸ਼ੇਰ ਸ਼ਾਹ ਸੂਰੀ, ਅਕਬਰ ਸਾਰੇ ਆਉਣਗੇ, ਉਹ ਸਾਰਾ ਕੁਝ ਆਪਾਂ ਕਵਰ ਕਰਾਂਗੇ। ਤਦ ਤੱਕ ਇਹ ਵੀਡੀਓ ਨੂੰ ਦੇਖੋ, ਸ਼ੇਅਰ ਕਰੋ, ਲਾਈਕ ਕਰੋ, ਥੱਲੇ ਵਧੀਆ ਵਧੀਆ ਕਮੈਂਟ ਕਰਿਆ ਕਰੋ। ਠੀਕ ਹੈ, ਥੈਂਕ ਯੂ ਵੈਰੀ ਮੱਚ।